ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਸਰਮ ਧਰਮ ਦੋਇ ਨਾਨਕਾ, ਜੇ ਧਨ ਭੱਲੈ ਹੋ ਪਾਏ। ਸੋ ਧਨ ਮਿੱਤਰ ਨਾ ਕਾਂਢੀਆ, ਜਿਤ ਸਿਰ ਚੋਟਾਂ ਖਾਏ। ਸਰਮ ਧਰਮ ਦੋਇ ਨਾਨਕਾ, ਜੇ ਧਨ ਭੱਲੈ ਪਾਏ। ਸੋ ਧਨ ਮਿੱਤਰ ਨਾ ਕਾਂਢੀਆ, ਜਿਤ ਸਿਰ ਚੋਟਾਂ ਖਾਏ। ਜਿਨ ਕਾ ਪੱਲਾ ਧਨ ਵਸਾ, ਤਿਨ ਕਾ ਨਾਉ ਫਕੀਰ। ਜਿਨ ਕਾ ਹਿਰਦੈ ਤੂੰ ਵਸਹਿ, ਤੇ ਨਰ ਗੁਣੀ ਗਹੀਰ। ਜਿਨ ਕਾ ਪੱਲਾ ਧਨ ਵਸਾ, ਤਿਨ ਕਾ ਨਾਉ ਫਕੀਰ। ਜਿਨ ਕਾ ਹਿਰਦੈ ਤੂੰ ਵਸਹਿ, ਤੇ ਨਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਆਪ ਜੀਆਂ ਨੇ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ ਉਪਰੰਤ ਗੁਰਬਾਣੀ ਦੀ ਚੱਲ ਰਹੀ ਜੋ ਲੜੀਵਾਰ ਕਥਾ ਹੈ, ਉਸ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਆਪ ਜੀਆਂ ਨੇ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਜਿਤਨੇ ਵੀ ਸਤਸੰਗੀ ਜਨ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ, ਆਓ ਸਾਰੇ ਹੀ ਸਤਿਗੁਰੂ ਜੀ ਦੇ ਕੋਲੋਂ ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਪ੍ਰਾਪਤ ਕਰਨ ਵਾਸਤੇ ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਸਾਹਿਬ ਕਹਿੰਦੇ ਨੇ ਸੰਸਾਰ ਦੇ ਅੰਦਰ
ਆਮ ਤੌਰ 'ਤੇ ਸੰਸਾਰੀ ਬਿਰਤੀ ਇਹ ਕਹਿੰਦੀ ਹੈ ਕਿ ਜੇ ਬੰਦੇ ਦੇ ਕੋਲੇ ਧਨ ਹੋਵੇ, ਦੌਲਤ ਹੋਵੇ, ਪੈਸਾ ਹੋਵੇ ਤੇ ਉਸ ਬੰਦੇ ਦੀ ਬੜੀ ਇੱਜ਼ਤ ਹੈ ਸਮਾਜ ਵਿੱਚ, ਉਸ ਬੰਦੇ ਨੂੰ ਮਾਨ ਸਨਮਾਨ ਬੜਾ ਮਿਲਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸੰਸਾਰੀ ਬਿਰਤੀ ਇਹ ਕਹਿੰਦੀ ਹੈ ਕਿ ਧਨ ਦੌਲਤ ਪਦਾਰਥ ਤੇ ਧਨ ਵਾਲਾ ਬੰਦਾ ਜਿਹੜਾ ਹੈ ਉਹੀ ਇੱਜ਼ਤ ਮਾਨ ਸੰਸਾਰ ਵਿੱਚ ਪਾਉਂਦਾ ਹੈ। ਜਿਸ ਬੰਦੇ ਦੇ ਕੋਲੇ ਧਨ ਨਹੀਂ, ਜਿਸ ਬੰਦੇ ਦੇ ਕੋਲੇ ਪਦਾਰਥ ਨਹੀਂ, ਜਿਸ ਬੰਦੇ ਦੇ ਕੋਲੇ ਕੋਈ ਪ੍ਰਭਤਾ ਨਹੀਂ, ਜਿਸ ਬੰਦੇ ਦੇ ਕੋਲੇ ਕੋਈ ਚੰਗੇ ਮਕਾਨ ਨਹੀਂ ਹਨ, ਸੋਹਣੇ ਬਸਤਰ ਨਹੀਂ ਹਨ, ਖਾਣ ਪੀਣ ਕੋਈ ਚੰਗਾ ਨਹੀਂ ਹੈ, ਸਮਾਜ ਵਿੱਚ ਸਮਾਜ ਦੇ ਲੋਕ ਕਹਿੰਦੇ ਨੇ ਇਹ ਬੰਦਾ ਬੜਾ ਗਰੀਬ ਹੈ, ਅੱਤ ਦਾ ਗਰੀਬ ਹੈ ਤੇ ਉਸ ਨੂੰ ਕੋਈ ਇੱਜ਼ਤ ਮਾਨ ਨਹੀਂ ਦਿੰਦਾ। ਇਹ ਸੰਸਾਰੀ ਬਿਰਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇ ਘਰ ਵਿੱਚ ਜਾਂ ਪਰਮਾਤਮਾ ਦੇ ਘਰ ਵਿੱਚ ਇਹ ਉਲਟ ਖੇਡ ਹੈ। ਪ੍ਰਭੂ ਦੇ ਘਰ ਵਿੱਚ, ਮਾਲਕ ਦੇ ਘਰ ਵਿੱਚ, ਪਰਮੇਸ਼ਰ ਦੇ ਘਰ ਵਿੱਚ ਇਹ ਖੇਡ ਉਲਟ ਹੈ। ਉੱਥੇ ਇਹ ਖੇਡ ਚੱਲਦੀ ਹੈ ਕਿ ਜਿਸ ਦੇ ਪੱਲੇ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ ਉੱਥੇ ਉਸ ਨੂੰ ਵਡਿਆਈ ਮਿਲਦੀ ਹੈ, ਉਹਨੂੰ ਇੱਜ਼ਤ ਮਿਲਦੀ ਹੈ, ਉਹਨੂੰ ਮਾਣ ਮਿਲਦਾ ਹੈ, ਉਹਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਕਿਹਾ ਗਿਆ ਹੈ, ਉਹਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਕਿਹਾ ਗਿਆ ਹੈ, ਉਹਨੂੰ ਰਾਜਿਆਂ ਦਾ ਰਾਜਾ ਕਿਹਾ ਗਿਆ ਹੈ। ਸਾਹਿਬ ਜੀ ਕਹਿੰਦੇ ਬਸ ਇੰਨਾ ਕੀ ਫਰਕ ਹੈ। ਸੰਸਾਰੀ ਬਿਰਤੀ ਦੇ ਲੋਕ ਕੁਝ ਹੋਰ ਸੋਚਦੇ ਨੇ, ਪਰ ਜੋ ਨਿਰੰਕਾਰ ਪਰਮਾਤਮਾ ਵਾਹਿਗੁਰੂ ਹੈ ਜਾਂ ਗੁਰਮਤ ਦੀ ਬਿਰਤੀ ਕਹਿ ਸਕਦੇ ਹੋ ਉਹ ਇਸ ਦੇ ਉਲਟ ਹੈ। ਉਹਦੇ ਵਿੱਚ ਇਹ ਹੈ ਕਿ ਮਨੁੱਖ ਚੰਗੇ ਗੁਣਾਂ ਕਰਕੇ, ਸ਼ੁਭ ਗੁਣਾਂ ਕਰਕੇ ਹੀ ਅਸਲ ਵਿੱਚ ਸਮਾਜ ਸੰਸਾਰ ਵਿੱਚ ਇੱਜ਼ਤ ਪਾਉਂਦਾ ਹੈ, ਨਾ ਕਿ ਧਨ ਦੌਲਤ ਤੇ ਪੈਸੇ ਕਰਕੇ ਪਾਉਂਦਾ ਹੈ। ਅੱਜ ਦਾ ਜੋ ਸ਼ਬਦ ਹੈ ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਆਪਾਂ ਇਸ ਸੰਬੰਧੀ ਕੁਝ ਹੋਰ ਪ੍ਰਮਾਣ ਲੈ ਲਈਏ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਦੇ ਕੋਲੇ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਹੋਵੇ ਉਹਦੀ ਵਿਆਖਿਆ, ਤੇ ਜਿਹਦੇ ਕੋਲੇ ਕੇਵਲ ਧਨ ਦੌਲਤ ਪਦਾਰਥ ਹੈ ਪਰ ਪਰਮਾਤਮਾ ਦਾ ਨਾਮ ਨਹੀਂ, ਦੋਨਾਂ ਦੀ ਵਿਆਖਿਆ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਨੂੰ ਮਿਲ ਜਾਂਦੀ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਹੈ ਜੈਤਸਰੀ ਦੀ ਵਾਰ ਵਿੱਚ। ਉਹਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੈਤਸਰੀ ਦੀ ਵਾਰ ਵਿੱਚ ਦੋ ਸ਼ਬਦ ਇਸੇ ਸੰਬੰਧ ਵਿੱਚ ਹੀ ਨੇ ਜੋ ਅੱਜ ਦੇ ਇਸ ਸ਼ਬਦ ਦੀ ਵਿਆਖਿਆ ਕਰਨਗੇ ਕਿ ਧਨ ਦੌਲਤ ਪਦਾਰਥ ਵਾਲਾ ਹੀ ਬੰਦਾ ਇੱਜ਼ਤ ਪਾਉਂਦਾ ਹੈ ਸਮਾਜ ਵਿੱਚ, ਕਿ ਜਾਂ ਜਿਹਦੇ ਕੋਲੇ ਧਨ ਦੌਲਤ ਪਦਾਰਥ ਮਹਿਲ ਮਾੜੀਆਂ ਇਹ ਜੋ ਬਾਹਰੀ ਤੌਰ ਤੇ ਸਮਾਜ ਵਿੱਚ ਦਿਸਦਾ ਹੈ ਉਹਦੇ ਕੋਲੇ ਨਾ ਹੋਵੇ ਤੇ ਕੀ ਉਹਦੀ ਕੋਈ ਇੱਜ਼ਤ, ਉਹਦਾ ਕੋਈ ਮਾਣ, ਉਹਦੀ ਕੋਈ ਵਡਿਆਈ ਨਹੀਂ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਸੁੰਦਰ ਵਿਆਖਿਆ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਵਿੱਚ ਕਹਿ ਦਿੱਤਾ, ਕਹਿੰਦੇ ਇੱਕ ਬੰਦਾ ਸਮਾਜ ਦੇ ਅੰਦਰ ਉਹ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਸ ਦੇ ਘਰ ਦੇ ਵਿੱਚ ਇੰਨੇ ਕੁ ਪਦਾਰਥ ਨੇ, ਇੰਨੇ ਕੁ ਪਦਾਰਥ ਨੇ ਕਿ ਉਸ ਬੰਦੇ ਨੂੰ ਕੋਈ ਸਮਝ ਨਹੀਂ ਲੱਗਦੀ ਮੈਂ ਕਿਹੜਾ ਪਦਾਰਥ ਛਕਾਂ ਤੇ ਕਿਹੜਾ ਨਾ ਛਕਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇੱਕ ਬੰਦਾ ਏਡਾ ਵੱਡਾ ਅਮੀਰ ਹੈ, ਇੰਨਾ ਅਮੀਰ ਹੈ, ਉਹਨੇ ਜਿਹੜਾ ਆਪਣਾ ਘਰ ਬਣਾਇਆ ਹੈ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਘਰ ਨੂੰ ਉਹਨੇ ਸੋਨੇ ਦੀਆਂ ਕੰਧਾਂ ਬਣਾ ਲਈਆਂ ਨੇ, ਆਪਣੇ ਘਰ ਦੀਆਂ ਸੋਨੇ ਦੀਆਂ ਕੰਧਾਂ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੀ ਉੱਪਰ ਛੱਤ ਬਣਾਈ ਹੈ ਨਾ, ਉਹ ਛੱਤ ਦੇ ਉੱਤੇ ਉਹਨੇ ਬੜੇ ਕੀਮਤੀ ਹੀਰੇ, ਲਾਲ ਰਤਨ, ਜਵਾਹਰ ਜੜੇ ਹੋਏ ਨੇ। ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿੰਨਾ ਵੀ ਉਸਨੇ ਘਰ ਵਿੱਚ ਲੱਕੜ ਦਾ ਜਿੰਨਾ ਵੀ ਸਮਾਨ ਹੈ, ਜਿੰਨਾ ਫਰਨੀਚਰ ਹੈ ਉਹਦੇ ਘਰ ਵਿੱਚ, ਬੂਹੇ ਬਾਰੀਆਂ ਮੇਜ਼ ਕੁਰਸੀਆਂ ਨੇ, ਬੈੱਡ, ਜੋ ਕੁਝ ਵੀ ਉਹਦੇ ਘਰ ਵਿੱਚ ਲੱਕੜ ਦੀ ਵਰਤੋਂ ਵਾਲੀਆਂ ਜਿੰਨੀਆਂ ਚੀਜ਼ਾਂ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ ਕੀਮਤੀ ਹੈ, ਚੰਦਨ ਦੀਆਂ ਲੱਕੜਾਂ ਨੇ। ਹੁਣ ਚੰਦਨ ਆਮ ਬੰਦੇ ਦੇ ਵੱਸ ਦੀ ਤਾਂ ਗੱਲ ਹੀ ਨਹੀਂ ਨਾ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਾਰੇ ਦਾ ਸਾਰਾ ਫਰਨੀਚਰ ਚੰਦਨ ਦਾ ਹੈ, ਉਹਦੀਆਂ ਘਰ ਦੀਆਂ ਕੰਧਾਂ ਸੋਨੇ ਦੀਆਂ ਨੇ, ਜਿਹੜਾ ਉੱਪਰ ਉਹਨੇ ਛੱਤ ਬਣਾਈ ਹੋਈ ਹੈ ਉਹਦੇ ਵਿੱਚ ਹੀਰੇ ਜੜੇ ਹੋਏ ਨੇ। ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਐਸੇ ਬੰਦੇ ਨੂੰ ਦੱਸੋ ਵੀ ਕਿਹੜੀ ਚੀਜ਼ ਦੀ ਘਾਟ ਹੋ ਸਕਦੀ ਹੈ। ਉਹ ਬੰਦਾ ਤੇ ਫਿਰ ਉਹਨੂੰ ਚਿੰਤਾ ਤਾਂ ਨਹੀਂ ਨਾ ਕੋਈ ਹੋ ਸਕਦੀ, ਉਹਨੂੰ ਕੋਈ ਝੋਰਾ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ, ਉਸ ਨੂੰ ਕੋਈ ਝੋਰਾ ਨਹੀਂ ਹੈ। ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਦਿੱਤਾ, ਕਹਿਣ ਲੱਗੇ ਠੀਕ ਹੈ, ਸਮਾਜ ਦੀਆਂ ਨਜ਼ਰਾਂ ਵਿੱਚ ਇਹ ਮੰਨਿਆ ਜਾਵੇਗਾ ਜਦੋਂ ਇਹੋ ਜਿਹੇ ਬੰਦੇ ਨੂੰ ਕੋਈ ਵੇਖੇਗਾ ਤੇ ਇੱਕੇ ਵਾਰਾ ਕਹਿ ਉੱਠੇਗਾ ਆਪਣੀ ਜ਼ਬਾਨ ਤੋਂ ਕਿ ਬੱਲੇ ਬੱਲੇ ਇੰਨਾ ਅਮੀਰ ਬੰਦਾ, ਏਡਾ ਧਨਾੜ ਬੰਦਾ, ਬਈ ਇੰਨਾ ਕੁਝ ਦੇ ਕੋਲ ਹੈ।
ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਚੀਜ਼ ਉਹਦੇ ਕੋਲੇ ਨਹੀਂ ਹੈ, ਉਹ ਹੈ ਪਰਮਾਤਮਾ ਦਾ ਨਾਮ। ਇੱਕ ਚੀਜ਼ ਉਹਦੇ ਕੋਲੇ ਨਹੀਂ ਹੈ, ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਸਿਫਤ ਸਲਾਹ, ਪਰਮੇਸ਼ਰ ਦੇ ਗੁਣ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਉਸ ਬੰਦੇ ਕੋਲੇ ਨਹੀਂ ਹੈ ਤੇ ਨਿਰੰਕਾਰ ਦੀਆਂ ਨਜ਼ਰਾਂ ਵਿੱਚ ਉਹ ਬੰਦਾ ਕੀ ਹੈ? ਸਾਹਿਬ ਕਹਿੰਦੇ ਇੱਕ ਗੰਦਗੀ ਦਾ ਕੀੜਾ ਹੈ, ਇਹ ਤੋਂ ਵੱਧ ਕੁਝ ਵੀ ਨਹੀਂ ਹੈ। ਗੰਦਗੀ ਦਾ ਕੀੜਾ, ਇਹ ਤੋਂ ਵੱਧ ਕੁਝ ਵੀ ਨਹੀਂ ਹੈ ਉਹ ਬੰਦਾ। ਪਰ ਸਮਾਜ ਦੀ ਨਿਗਾਹ ਵਿੱਚ ਤਾਂ ਉਹ ਬੜਾ ਵੱਡਾ ਧਨਾਢ ਹੈ, ਸਮਾਜ ਦੀਆਂ ਨਿਗਾਹ ਵਿੱਚ ਤੇ ਲੋਕੀ ਕਹਿੰਦੇ ਬੜਾ ਅਮੀਰ ਹੈ, ਸਮਾਜ ਦੇ ਲੋਕ ਤੁਹਾਨੂੰ ਬੜੀ ਇੱਜ਼ਤ ਦੇਣਗੇ। ਪਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜੇ ਉਹਦੇ ਕੋਲੇ ਅਸਲੀ ਧਨ ਨਹੀਂ ਹੈ, ਜਿਸ ਦਾ ਅੱਜ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ, ਕਹਿੰਦੇ ਜੇ ਅਸਲੀ ਧਨ ਨਹੀਂ ਹੈ, ਅਸਲੀ ਉਹਨੇ ਕਮਾਈ ਨਹੀਂ ਕੀਤੀ, ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਗੰਦਗੀ ਦੇ ਕੀੜੇ ਤੋਂ ਵੱਧ ਕੁਝ ਵੀ ਨਹੀਂ ਹੈ। ਇਹ ਹੈ ਪਹਿਲਾ ਸ਼ਬਦ। ਇਹ ਸ਼ਬਦ ਦੀ ਵਿਆਖਿਆ ਕੀਤੀ, ਮੈਂ ਉਹ ਸ਼ਬਦ ਆਪ ਜੀ ਨੂੰ ਪੜ੍ਹ ਕੇ ਸੁਣਾ ਦੇਵਾਂ। ਸਾਹਿਬ ਜੀ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਸਾਹਿਬ ਜੀ ਕਹਿੰਦੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਸੂਰੇ। ਵਸੂਰੇ ਦਾ ਮਤਲਬ ਹੁੰਦਾ ਕੋਈ ਚਿੰਤਾ ਹੀ ਨਹੀਂ ਹੈ, ਕੋਈ ਝੋਰਾ ਹੀ ਨਹੀਂ ਹੈ। ਪਰ ਸਾਹਿਬ ਜੀ ਨੇ ਫੈਸਲਾ ਕੀ ਦਿੱਤਾ? ਸੋ ਪ੍ਰਭ ਭਾਵ ਕੇ ਪਰਮੇਸ਼ਰ ਪਰਮਾਤਮਾ ਦਾ ਨਾਮ, ਸੋ ਪ੍ਰਭ ਚਿੱਤ ਨਾ ਆਵਈ। ਜੀ ਉਹਨੂੰ ਪਰਮਾਤਮਾ ਯਾਦ ਨਹੀਂ, ਇੰਨਾ ਕੁਝ ਬੰਦੇ ਦੇ ਕੋਲ ਹੈ ਤੇ ਪਰਮੇਸ਼ਰ ਹੀ ਭੁੱਲ ਗਿਆ ਉਸ ਨੂੰ। ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੋ ਪ੍ਰਭ ਚਿੱਤ ਨਾ ਆਵਈ। ਤੇ ਕੀ ਹੈ ਬੰਦਾ? ਵਿਸ਼ਟਾ ਕੇ ਕੀੜੇ। ਸਤਿਗੁਰੂ ਕਹਿੰਦੇ ਵਿਸ਼ਟਾ ਗੰਦਗੀ ਦੇ ਕੀੜੇ ਤੋਂ ਵੱਧ ਉਹ ਕੁਝ ਵੀ ਨਹੀਂ ਹੈ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੂਸਰੇ ਸ਼ਬਦ ਵਿੱਚ ਇੱਕ ਬੜੀ ਸੁੰਦਰ ਵਿਆਖਿਆ ਕੀਤੀ ਹੈ, ਜਿਹਦੇ ਵਿੱਚ ਸਾਹਿਬ ਜੀ ਕਹਿੰਦੇ ਜਿਹਦੇ ਕੋਲੇ ਨਾਮ ਦਾ ਧਨ ਹੈ ਤੇ ਉਹਦੀ ਬਾਹਰੀ ਹਾਲਤ ਕਿੱਦਾਂ ਦੀ ਹੈ? ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦੀ ਬਾਹਰੀ ਹਾਲਤ ਇਹ ਹੈ ਕਿ ਜਿਸ ਘਰ ਵਿੱਚ ਉਹ ਰਹਿੰਦਾ ਹੈ ਉਹ ਘਰ ਦੀਆਂ ਛੱਤਾਂ ਸਾਰੀਆਂ ਹਿੱਲੀਆਂ ਪਈਆਂ ਨੇ, ਮੀਂਹ ਪੈਂਦਾ ਹੈ, ਚੋਆ ਪੈ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਦੇ ਤਨ ਦੇ ਉੱਤੇ ਜਿਹੜਾ ਬਸਤਰ ਹੈ, ਕਈ ਵਿਚਾਰੇ ਨੇ ਤੋਪੇ ਟਾਂਕੇ ਲਾ ਕੇ ਆਪਣੇ ਤਨ ਉੱਤੇ ਪਾਇਆ ਹੋਇਆ ਹੈ। ਸਾਹਿਬ ਜੀ ਕਹਿੰਦੇ ਨੇ ਉਸ ਬੰਦੇ ਦੇ ਕੋਲੇ ਕੋਈ ਕੌਡੀ ਪੈਸੇ ਦੀ ਨਹੀਂ ਹੈ ਜਿਹਦੇ ਨਾਲ ਕੋਈ ਚੰਗੇ ਪਦਾਰਥ ਸੋਹਣੇ ਲਿਆ ਸਕੇ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਐਸੇ ਬੰਦੇ ਨੂੰ ਸਮਾਜ ਦੀਆਂ ਨਿਗਾਹ 'ਚ ਕੀ ਵੇਖਿਆ ਜਾਏਗਾ? ਸਮਾਜ ਦੇ ਲੋਕ ਕਹਿਣਗੇ ਵੀ ਇੰਨਾ ਗਰੀਬ ਵਿਚਾਰਾ ਬੰਦਾ, ਕੰਗਾਲ ਹੈ ਬੰਦਾ, ਇਹ ਤਾਂ ਗਰੀਬ ਇੰਨਾ ਹੈ। ਪਰ ਸ਼੍ਰੀ ਗੁਰੂ ਅਰਜਨ ਦੇਵ ਕਹਿੰਦੇ ਉਹਦੇ ਕੋਲ ਇੱਕ ਚੀਜ਼ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਉਹ ਹੈ ਪਰਮਾਤਮਾ ਦਾ ਨਾਮ, ਧਨ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਉਹਦੇ ਕੋਲ ਇਹ ਹੈ ਤੇ ਸਾਰੀ ਦੁਨੀਆ ਦਾ ਬਾਦਸ਼ਾਹ ਹੈ, ਸਾਰੀ ਦੁਨੀਆ ਦਾ ਰਾਜਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੁਣ ਦੂਸਰੇ ਸ਼ਬਦ ਵਿੱਚ ਉਸ ਦੀ ਵਿਆਖਿਆ ਕਰਤੀ ਜਿਹਦੇ ਕੋਲੇ ਨਾਮ ਦਾ ਧਨ ਪਰ ਬਾਹਰੀ ਤੌਰ ਤੇ ਉਹਦੇ ਕੋਲੇ ਬਹੁਤ ਕੁਝ ਨਹੀਂ ਹੈ ਤੇ ਸਮਾਜ ਦੀਆਂ ਨਿਗਾਹ ਵਿੱਚ ਉਹ ਕੰਗਾਲ ਤੇ ਗਰੀਬ ਹੈ। ਤੇ ਗੁਰੂ ਤੇ ਪਰਮਾਤਮਾ ਦੀ ਨਿਗਾਹ ਵਿੱਚ ਕੀ ਹੈ? ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਸਤਾ ਟੁੱਟੀ ਝੌਂਪੜੀ। ਵੇਖੋ ਦੋਨਾਂ ਮਨੁੱਖਾਂ ਦਾ ਨਕਸ਼ਾ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖ ਦਿੱਤਾ। ਸਾਹਿਬ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਬਸਤਾ ਦਾ ਅਰਥ ਹੋ ਗਿਆ ਕਿ ਉਹਦੀ ਟੁੱਟੀ ਹੋਈ ਝੌਂਪੜੀ ਜਿਹੜੀ ਖਸਤਾ ਝੌਂਪੜੀ ਹੈ। ਸਾਹਿਬ ਜੀ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਚੀਰ ਕਹਿੰਦੇ ਨੇ ਬਸਤਰਾਂ ਨੂੰ, ਕੱਪੜਿਆਂ ਨੂੰ ਕਹਿੰਦੇ ਨੇ। ਛਿੰਨਾ ਦਾ ਮਤਲਬ ਹੈ ਛਿਜਿਆ ਪਿਆ ਹੈ, ਕਈ ਉਹਦੇ 'ਚ ਜਿਹੜਾ ਤਨ ਉੱਤੇ ਕੱਪੜਾ ਪਾਇਆ ਹੈ, ਕਈ ਥਾਵਾਂ ਤੇ ਤੋਪੇ ਟਾਂਕੇ ਲਾਏ ਹੋਏ ਨੇ, ਕਈਆਂ ਥਾਵਾਂ ਤੋਂ ਪਾਟਿਆ ਹੈ। ਸਾਹਿਬ ਜੀ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਧਨ ਹੀਟ ਮਿੱਤਰ ਨਾ ਧਨ ਰੂਪਹੀਨ ਕੇ ਸਾਕ ਨਾ ਸਿੰਨਾ। ਸਾਹਿਬ ਜੀ ਕਹਿੰਦੇ ਨੇ ਉਹਦਾ ਕੌਣ ਮਿੱਤਰ ਬਣੇਗਾ, ਕੌਣ ਦੋਸਤ ਬਣੇਗਾ, ਕੌਣ ਸਾਕ ਸੰਬੰਧੀ ਉਹਦੇ ਨੇੜੇ ਲੱਗੇਗਾ। ਪਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਾਂ ਪ੍ਰਭੂ ਦੀਆਂ ਨਿਗਾਹ ਵਿੱਚ ਕੀ ਹੈ? ਮੇਰੇ ਸਾਹਿਬ ਕਹਿੰਦੇ ਨੇ ਪ੍ਰਭੂ ਦੀ ਨਿਗਾਹ ਵਿੱਚ ਉਹ ਪਤਾ ਕੌਣ ਹੈ? ਰਾਜਾ ਸਗਲੀ ਸ੍ਰਿਸ਼ਟ ਕਾ, ਸਾਰੀ ਦੁਨੀਆ ਦਾ ਬਾਦਸ਼ਾਹ, ਸਾਰੀ ਦੁਨੀਆ ਦਾ ਰਾਜਾ ਹੈ। ਮਹਾਰਾਜ ਕਿਉਂ ਰਾਜਾ ਸਾਰੀ ਦੁਨੀਆ ਦਾ? ਸਾਹਿਬ ਕਹਿੰਦੇ ਹਰ ਨਾਮ ਮਨ ਭਿੰਨਾ, ਕਿਉਂਕਿ ਉਹਦੇ ਕੋਲੇ ਪਰਮਾਤਮਾ ਪਰਮੇਸ਼ਰ ਦਾ ਭਈ ਨਾਮ ਹੈ, ਇਸ ਕਰਕੇ ਉਹਦਾ ਹਿਰਦਾ ਨਾਮ ਵਿੱਚ ਭਿੱਜਾ ਪਿਆ ਤਾਂ ਉਹ ਸਾਰੀ ਦੁਨੀਆ ਦਾ ਰਾਜਾ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਤਿਸ ਕੀ ਧੂੜ ਪ੍ਰਭ ਉਦਰੈ ਮਨ ਹੋਏ ਸੋ ਪ੍ਰਸੰਨਾ, ਵੀ ਉਹਦੀ ਤਾਂ ਚਰਨ ਧੂੜੀ ਵੀ ਕਿਤੇ ਮਿਲ ਜਾਏ ਤੇ ਜੀਵ ਸੁਭਾਗਾ ਆਪਣੇ ਆਪ ਨੂੰ ਸਮਝਦਾ। ਵੇਖੋ ਇਹ ਕੇਵਲ ਕਹਿਣ ਦੀਆਂ ਗੱਲਾਂ ਹੀ ਨਹੀਂ, ਜਦੋਂ ਅਸੀਂ 15 ਭਗਤਾਂ ਦੇ ਜੀਵਨ ਤੱਕਦੇ ਹਾਂ ਤੇ ਰਵਿਦਾਸ ਨੂੰ ਵੇਖ ਲਓ, ਨਾਮਦੇਵ ਜੀ ਨੂੰ ਵੇਖ ਲਓ, ਕਬੀਰ ਸਾਹਿਬ ਨੂੰ ਵੇਖ ਲਓ, ਉਸ ਵੇਲੇ ਦੇ ਧਨਾੜ ਰਾਜੇ ਮਹਾਰਾਜੇ ਬਾਦਸ਼ਾਹ ਜਿਹੜੇ ਹੋਏ ਨੇ, ਕੀ ਉਹਨਾਂ ਨੂੰ ਕੋਈ ਯਾਦ ਕਰਦਾ? ਕੀ ਉਹਨਾਂ ਰਾਜਿਆਂ ਮਹਾਰਾਜਿਆਂ ਦੀਆਂ ਕਿਤੇ ਕਥਾ ਕਹਾਣੀਆਂ ਹੁੰਦੀਆਂ ਨੇ? ਜੇ ਕਥਾ ਕਹਾਣੀਆਂ ਹੁੰਦੀਆਂ ਤੇ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਕੋਲੇ ਪਰਮਾਤਮਾ ਦਾ ਨਾਮ ਰੂਪੀ ਧਨ ਹੈ। ਬਾਹਰੀ ਤੌਰ ਤੇ ਭਾਵੇਂ ਉਹਨਾਂ ਦੇ ਕੋਲੇ
ਬਾਹਰੀ ਧਨ ਦੀ ਭਾਵੇਂ ਗਰੀਬੀ ਹੋਵੇ, ਪਰ ਪਰਮੇਸ਼ਰ ਦਾ ਧਨ ਹੋਣ ਕਰਕੇ ਇੰਨੇ ਅਮੀਰ ਹੋ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਭਗਤਾਂ ਦੇ ਸੰਬੰਧ ਵਿੱਚ ਸ਼ਬਦ ਵਰਤੇ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਲੋਕਾਂ ਦੀਆਂ ਨਿਗਾਹ ਵਿੱਚ ਨਾਮਦੇਵ ਅੱਧ ਦਾ ਗਰੀਬ ਹੈ, ਲੋਕਾਂ ਦੀਆਂ ਨਿਗਾਹ ਵਿੱਚ ਨਾਮਦੇਵ ਅੱਧੀ ਕੌਡੀ ਦਾ ਸ਼ੀਂਬਾ ਹੈ, ਪਰ ਜਦੋਂ ਨਿਰੰਕਾਰ ਨਾਲ ਜੁੜਿਆ ਤੇ ਨਿਰੰਕਾਰ ਦੀਆਂ ਨਿਗਾਹ ਵਿੱਚੋਂ ਕੀ ਬਣ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਹੀਣਾ। ਉਹਦੇ ਕੋਲੇ ਨਾਮ ਧਨ ਆ ਗਿਆ ਤੇ ਲੱਖਾਂ ਦਾ ਹੋ ਗਿਆ। ਬੁਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਸਾਹਿਬ ਕਹਿੰਦੇ, ਰਵਿਦਾਸ ਢਵੰਤਾ ਢੋਰ ਨੀਰ ਤਿਨ ਤਿਆਗੀ ਮਾਇਆ। ਹੁਣ ਇੱਥੇ ਹੈਰਾਨਗੀ ਹੁੰਦੀ ਹੈ ਕਿ ਰਵਿਦਾਸ ਭਗਤ ਨੇ ਮਾਇਆ ਤਿਆਗ ਦਿੱਤੀ। ਮਾਇਆ ਉਹਦੇ ਕੋਲੇ ਕਿਹੜੀ ਸੀ? ਉਹ ਤਾਂ ਜੋੜੇ ਜੁੱਤੀਆਂ ਗੰਢਦਾ ਹੈ, ਨਿੱਕੀ ਜਿਹੀ ਝੌਂਪੜੀ ਬਣਾ ਕੇ ਜੁੱਤੀਆਂ ਗੰਢ ਰਿਹਾ। ਕਿਹੜੀ ਮਾਇਆ ਉਹਦੇ ਕੋਲੇ ਸੀ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀਜੈ ਰਾਮ। ਵਿਆਖਿਆ ਕਰ ਦਿੱਤੀ ਸਾਹਿਬ ਨੇ ਗੁਰਬਾਣੀ ਵਿੱਚ, ਇਹ ਮਾਇਆ ਜਿਤ ਹਰ ਵਿਸਰੈ। ਉਹ ਚੀਜ਼, ਉਹ ਮੋਹ ਜਿਹੜਾ ਪਰਮਾਤਮਾ ਤੋਂ ਵਿਛੋੜ ਦਿੰਦਾ ਹੈ, ਉਹ ਮੋਹ ਨੂੰ ਰਵਿਦਾਸ ਨੇ ਤਿਆਗ ਦਿੱਤਾ ਸਦਾ ਦੇ ਲਈ। ਉਹ ਤਿਆਗਿਆ ਗਿਆ ਮੋਹ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਮਹਾਰਾਜ ਕਹਿੰਦੇ, ਰਵਿਦਾਸ ਢਵੰਤਾ ਢੋਰ ਨੀਰ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਿਣਿਆ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਗੁਰੂ ਅਰਜਨ ਦੇਵ ਜੀ ਨੇ ਇਹਦੇ ਵਿੱਚ ਉਹਨਾਂ ਭਗਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਭਗਤਾਂ ਕੋਲੇ ਪਰਮਾਤਮਾ ਦਾ ਨਾਮ ਰੂਪੀ ਧਨ ਹੈ ਤੇ ਉਹਨਾਂ ਦੀ ਵਡਿਆਈ ਪ੍ਰਭਤਾ ਹੈ। ਆਓ ਇਤਿਹਾਸ ਪੱਖ ਨਾਲ ਲੈ ਕੇ ਵੇਖੀਏ ਕਿ ਗੁਰੂ ਘਰ ਦੇ ਵਿੱਚ ਕੇਵਲ ਕਿਹਾ ਹੀ ਗਿਆ ਹੈ ਕਿ ਜਾਂ ਸੱਚਮੁੱਚ ਹੀ ਗੁਰੂ ਨਾਨਕ ਦੇ ਘਰ ਵਿੱਚ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਕੋਲੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਹੈ। ਗੁਰੂ ਨਾਨਕ ਦੇ ਘਰ ਵਿੱਚ ਵਡਿਆਈ ਉਹਨੂੰ ਨਹੀਂ ਜਿਹਦੇ ਕੋਲੇ ਧਨ ਆ। ਪਰ ਮੈਨੂੰ ਖਿਮਾ ਕਰ ਦਿਓ ਜੇ ਸੱਚ ਕਹਿਣ ਤੋਂ ਮੈਂ ਕਦੇ ਗੁਰੇਜ਼ ਨਹੀਂ ਕੀਤਾ। ਅੱਜ ਹਾਲਾਤ ਕੁਝ ਉਲਟ ਨੇ। ਅੱਜ ਗੁਰਦੁਆਰਿਆਂ ਦੇ ਵਿੱਚ ਵੀ ਮਾਨ ਸਨਮਾਨ ਉਹਨੂੰ ਹੀ ਹੈ ਜਿਹਦੇ ਕੋਲੇ 4 ਪੈਸੇ ਆ। ਗਰੀਬ ਬੰਦੇ ਨੂੰ ਕਿੱਥੇ ਮਾਨ ਸਨਮਾਨ? ਗੁਰਦੁਆਰੇ ਵਿੱਚ ਵੀ ਜੈ ਜੈਕਾਰ ਬੱਲੇ ਬੱਲੇ ਉਹਦੀ ਹੋਵੇਗੀ ਜਿਹਦੇ ਕੋਲੇ 4 ਪੈਸੇ ਹੈਗੇ ਆ। ਦੂਜੇ ਨੂੰ ਕੌਣ ਪੁੱਛਦਾ ਹੈ? ਅੱਜ ਧਰਮ ਦੀ ਦੁਨੀਆ 'ਚ ਅਸੀਂ ਕਿੱਥੇ ਖੜੇ ਹਾਂ? ਜਿਸ ਬੰਦੇ ਦੇ ਕੋਲੇ ਬਾਹਰੀ ਤੌਰ ਤੇ ਪ੍ਰਭਤਾ ਵਡਿਆਈ ਮਾਨ ਸਨਮਾਨ ਪੈਸਾ ਹੈ, ਉਹਦੇ ਅੱਗੇ ਪਿੱਛੇ ਦੁਨੀਆ ਭੱਜੀ ਫਿਰਦੀ, ਅੱਗੇ ਪਿੱਛੇ ਤੁਰੇ ਫਿਰਦੇ ਨੇ ਉਹਦੇ। ਅੱਜ ਵੀ ਤਾਂ ਇਹੀ ਕੁਝ ਹੁੰਦਾ ਪਿਆ ਨਾ। 1-2 ਟਕੇ ਦਾ ਬੰਦਾ ਆਉਣਾ ਹੋਵੇ ਪਿੰਡ ਦੇ ਵਿੱਚ ਤੇ ਲੋਕ ਇਕੱਠੇ ਹੋ ਕੇ ਸਾਹਮਣੇ ਖੜ ਜਾਂਦੇ ਹੈ। ਕਿਉਂ ਖੜ ਜਾਂਦੇ ਹੈ? ਕਿਉਂਕਿ ਉਹਦੇ ਤੇ ਸਵਾਰਥ ਖੜਾ ਹੈ। ਕਿਉਂ ਖੜ ਜਾਂਦੇ ਹੈ? ਕਿਉਂਕਿ ਉਹਦੇ ਕੋਲ ਕੋਈ ਗਰਜ਼ ਹੈ। ਉਹਦਾ ਜੀਵਨ ਕੈਸਾ ਹੈ ਕੋਈ ਨਹੀਂ ਤੱਕਦਾ, ਪਰ ਹੱਥ ਜੋੜ ਕੇ ਲੋਕੀ, ਕੋਈ ਆਮ ਦੁੱਕੀ ਦਾ ਲੀਡਰ ਨਹੀਂ ਹੁੰਦਾ ਤੇ ਉਹਦੇ ਅੱਗੇ ਖਲੋ ਜਾਂਦੇ ਹੈ। ਦੀਨ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਨਾਂ ਦੀ ਸਵਾਰੀ ਜਾਂਦੀ ਹੋਵੇ ਤੇ ਸਾਡੇ ਕੋਲ 1 ਮਿੰਟ ਦਾ ਰੁਕਣ ਦਾ ਟਾਈਮ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਜਾਂਦੀ ਹੋਵੇ 1 ਸੈਕਿੰਡ ਰੁਕਣ ਦਾ ਟਾਈਮ ਨਹੀਂ ਹੁੰਦਾ ਸਾਡਾ। ਕਿਤੇ ਗੱਡੀ ਖਿਲਾਰਨ ਦਾ ਟਾਈਮ ਨਹੀਂ ਹੁੰਦਾ, ਕਿਤੇ ਜੋੜਾ ਲਾਉਣ ਦਾ ਟਾਈਮ ਨਹੀਂ, ਕਿਤੇ ਨਮਸਕਾਰ ਕਰਨ ਦਾ ਟਾਈਮ ਨਹੀਂ ਹੁੰਦਾ। ਪਰ ਤੁਸੀਂ ਦੁਨੀਆ ਬਾਹਰੀ ਤੌਰ ਤੇ ਦੇਖੋ ਕੀ ਹੋ ਰਿਹਾ ਹੈ। ਗੁਰੂ ਨਾਨਕ ਦੇਵ ਜੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ, ਸੰਸਾਰ ਦੇ ਲੋਗੋ, ਮੇਰੇ ਸਾਹਿਬ ਦਾ ਇੱਕ ਪਾਵਨ ਪਵਿੱਤਰ ਸ਼ਬਦ ਵੀ ਇਸ ਸੰਬੰਧ ਵਿੱਚ ਹੈ। ਸਾਹਿਬ ਜੀ ਕਹਿੰਦੇ ਨੇ, ਆਤ ਦੇਖ ਨੀਚ ਕਰ ਹੋਏ, ਆਤ ਦੇਖ ਨਿਵੈ ਸ਼ਬਦ ਹੋਏ, ਆਤ ਹੋਏ ਤਾਂ ਮੁਗਧ ਸਿਆਣਾ। ਆਤ ਦਾ ਅਰਥ ਹੈ ਮਾਇਆ। ਸਾਹਿਬ ਜੀ ਕਹਿੰਦੇ ਸਮਾਜ ਦੀ ਬਿਰਤੀ ਇਹ ਹੈ ਕਿ ਜੇ ਆਪਾਂ ਇੱਕ ਆਮ ਤੌਰ ਤੇ ਕਹਿ ਲਓ ਤੇ ਸਿਆਣਿਆਂ ਦਾ ਇੱਕ ਬੋਲ ਹੈ, ਕਹਿੰਦੇ ਨੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਇੱਕ ਆਮ ਕਹਾਵਤ ਹੀ ਹੈ ਨਾ, ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਦਾ ਮਤਲਬ ਇਹ ਹੈ ਕਿ ਜਿਹਦੇ ਕੋਲੇ 4 ਟਕੇ ਨੇ, 4 ਪੈਸੇ ਨੇ, ਉਸ ਬੰਦੇ ਦਾ ਜੀਵਨ ਕਿੱਦਾਂ ਦਾ ਹੈ ਇਹ ਨਹੀਂ, ਪਰ ਲੋਕ ਉਹਦੇ ਅੱਗੇ ਵੀ ਹੱਥ ਜੋੜ ਕੇ ਖਲੋ ਜਾਂਦੇ ਆ। ਦੂਜੇ ਬੰਨੇ ਜਿਹਦੇ ਕੋਲੇ ਨਾਮ ਦਾ ਧਨ ਕੀਮਤੀ ਹੋਵੇ, ਲੋਕਾਂ ਨੂੰ ਕੀਮਤਾਂ ਅੰਦਰ ਦਾ ਖਜ਼ਾਨਾ ਕਿਹਦੇ ਕੋਲੇ ਕਿੰਨਾ, ਕਿਹਦੇ ਕੋਲੇ ਕਿੰਨਾ ਨਹੀਂ ਹੈ। ਦੁਨੀਆ ਤੇ ਬਾਹਰ ਦੇ ਖਜ਼ਾਨਿਆਂ ਨੂੰ ਵੇਖਦੀ ਹੈ ਤੇ ਬਾਹਰ ਦਾ ਖਜ਼ਾਨਾ ਵੇਖ ਕੇ ਲੋਕਾਂ ਅੱਗੇ ਝੁਕਦੇ ਨੇ। ਮੇਰੇ ਸਾਹਿਬ ਨੇ ਕਿਹਾ ਨਹੀਂ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਬਾਹਰ ਦੇ ਇਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ, ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ, ਜਾ ਕੋ ਪਾਕ ਸੁਆਮੀ। ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿਸੇ ਦੀ। ਉਹਨਾਂ ਨੇ ਕੀ, ਉਹਨਾਂ ਦਾ ਤੇ ਬਾਦਸ਼ਾਹ ਦੇ ਨਾਲ ਸਿੱਧਾ ਤਾਲਮੇਲ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ। ਉਹ ਤੇ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ। ਸਭਨਾਂ ਦਾ ਤੇ ਪਾਤਸ਼ਾਹ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਤਾ ਹੈ। ਉਹਨਾਂ ਦੁਨੀਆ ਦੇ ਬਾਦਸ਼ਾਹ ਤੋਂ ਕੀ ਲੈਣਾ ਹੈ ਤੇ ਉਹਨਾਂ ਨੂੰ ਲੋਕਾਂ ਦੀ
कोई परवाह नहीं हुंदी। केवल कहन मात्र नहीं, मैं तुहाडे नाल एक इतिहास विचों साखी साझी करन तो पहला ख्याल मेरा इधर नूं चलिया गया, मैं वो तुहाडे नाल साझा कर लवां। फिर मैं एक इतिहासक साखी तुहानूं सुणाउणी है। इस संबंध विच गुरु घर दी वडियाई विचों एक ध्यान च मेरे होर आ गई विचार कि जिन्हां दे कोले नाम दा धन हुंदा ते किस तरह लोकां दी वड्डियां वड्डियां बादशाह दी भी परवाह किवें नहीं करदे। दिल्ली दे विच एक सरमद नां दा फकीर रहिंदा सी ते इह सरमद नां दे फकीर कोले है की है, एक झौंपड़ी है छोटी जी, उहदे विच रब दी बंदगी करदा है ते बाहरले बन्ने इस झौंपड़ी दे बाहरले बन्ने एक कुत्ती आके बैठी रहिंदी है। ये फकीर जदों प्रशादा पानी छकदा एक अद्धा उन्होंने भी टुकड़ पा छड्डदा है, वो बैठी रहिंदी है फकीर दे बूहे अगे। ते कहंदे ने दिल्ली विच बड़ी चर्चा सी, इस दी चर्चा इहदी कि जिहड़ा सरमद है बेपरवाह है, इहनूं किसे दी कोई परवाह नहीं है। सरमद बारे चर्चा सी। औरंगजेब बादशाह ने सुनिया सी, पर अज औरंगजेब बादशाह हाथी ते चढ़िया तुरिया आउंदा है ते कहंदे ने जदों दिल्ली ते बाहर वाले बन्ने औरंगजेब बादशाह निकलदा जा रहा सी ते सामने वो झौंपड़ी आ गई। तो जिहड़े औरंगजेब दे एहलकार सन, सिपाही सी, वजीर सी, उन्हां दस्सिया कहंदे आ झौंपड़ी विच ओही सरमद रहिंदा जिहदी चर्चा बड़ी है दिल्ली दे विच कि बड़ा बेपरवाह है, किसी दी कोई परवाह नहीं करदा। ते जिहड़ा औरंगजेब सी सुन लिया उन्हें इन्हां अपने सिपाहियां कोलों, अपने मंत्री वजीरां कोलों, ते हाथी तो थल्ले उतरिया। थल्ले उतर के जिस वेले उस सरमद दी कुटिया वल नूं गया ते की देखदा है कि सरमद दी कुटिया दे सामने जिहड़ी कुत्ती सी ना, उन्हें भौंकना शुरू कर दिता। जदों कुत्ती ने भौंकना शुरू कर दिता तो सुभाविक सी कि सरमद अपने उस कुटिया चों बाहर निकल आया, अपनी झौंपड़ी चों बाहर निकल आया। तो की देखदा है, उहदे सामने औरंगजेब बादशाह खड़ा है ते सरमद फकीर अपनी झौंपड़ी चों बाहर निकलिया उस तरह अडोल खड़ा है, ना कोई सत कसत, ना कोई हाथ जोड़े, ना कोई सिर झुकाया। इहदा मतलब ये नहीं कि सरमद फकीर कोई हंकारिया होया सी, हंकार नहीं, वो इस करके नहीं झुकदा इहदे अगे भी जिहड़ा भरावां नूं मार के, प्यो नूं मार के, पुत्तां नूं मार के तखत दे उत्ते बैठा है, इहो जे नरदई बंदे अगे झुकण दी की लोड़ है? इहो जे जालम बंदे अगे मैं काहदे वास्ते झुकां? ते उस सरमद चुप करके खड़ोता रहा, झुकिया नहीं। तो कहते औरंगजेब बादशाह सत कपड़ी उहदे अग लग गई। उन्हें क्या है मेरे अगे ये एक आम दुनियावी तौर पर कह लो कि दुनियावी तौर पर औरंगजेब सोचता भी इस बंदे दे ना तन ते बस्तर, ना इहदे कोले घर कोई, ना इहदे कोले पैसा टका, ना इहदी कोई इज्जत मान समाज विच, ये बंदा मेरे अगे आकड़ के खलोता है। समाज च अज भी ऐसा ही हुंदा है, अज भी यही कुछ समाज की जो हालत है। अमीर बंदे जिहड़े धनाड़ बंदे है अज भी इस तरह करते, उन्होंने सामने कोई गरीब बंदा किते खलो जाए तो अगला कहता तेरी की पाया मेरे सामने तो खलोता किवें है। अज भी हौमे बोलती है मनुखों के अंदरों, ये धन बोलता है, धन की हौमे तो प्रभुता की हौमे बोलती है। कहते ने सरमद फकीर खलोता तो औरंगजेब बादशाह जिहड़ा सी उहदे मन च सुभाविक गल गुस्सा तो आ जाना सी। उन्हें क्या ओ फकीरा, मैं तेरे बारे सुनिया जरूर सी भी तू बड़ा बेपरवाह है, सुनता रहा, पर अज मैं तेन अखां नाल वेख लिया तू वाकई बड़ा बेपरवाह है। एडा बेपरवाह भी मेरी तू परवाह ही नहीं की, मैनू कोई सलामा लेकम नहीं किया, मेरे अगे हाथ नहीं जोड़े, मैं हिंदुस्तान का बादशाह हाँ। तो कह लगे सरमद फकीर चुप करके खड़ा है तो औरंगजेब बादशाह बोली जा रहा है। तो औरंगजेब ने आख्या जे फकीरा एडा ही वड्डा तू बेपरवाह है तो मैनू एक गल का जवाब दे भी आ जिहड़ा पहरेदार बाहर खिलारिया तेनू की लोड़ पै गई? जो तू एडा ही बेपरवाह है तो पहरेदार की जरूरत है तेन? पहरेदार तो मतलब सी कि अपनी झौंपड़ी के बाहरले बन्ने कुत्ती क्यों तू बनी रखी हुई है, यदि फिर तेनू की लोड़ है जे इन्ना ही बेपरवाह है? तो सरमद फकीर फिर बोलिया बेपरवाह, कह लगा औरंगजेब मैं इस कुत्ती नू अपने इस कुटिया के सामने पहरेदार नहीं रखिया, ये तो उस परमात्मा का जीव जंतु है, इत्थे आके बैठ जाता है, मैं इसनू जो छकदा प्रशादा पानी इनू भी पा छड्डदा, मैं इनू अपनी कुटिया के सामने पहरेदार नहीं रखिया। पर हाँ एक काम ये मेरा जरूर कर दी है। उन्हें क्या वो केड़ा? उन्हें क्या तेरे वर्गा जिहड़ा कुत्ता है ना उन्होंने बिना आग्या तो अंदर नहीं आउण दिंदी है। हुण तुसीं अंदाजा ला के देखो भी औरंगजेब बादशाह हिंदुस्तान का बादशाह जालम बादशाह ते सरमद नूं सी पता भी जो मैं बोलन लगा मेरा हशर की होना, पता सी ना उन्होंने भी जो मैं बोलन लगा है हशर की होवेगा, पर बेपरवाह सी। उन्हें क्या ऐ औरंगजेब तेरे वर्गा कुत्ता बिना आग्या तो अंदर ना आ जाता, इस करके पहरा दिंदी है। हुण तुसीं अंदाजा ला के देखो भी की बीती होवेगी उस वेले औरंगजेब दे उत्ते।
ਕਹਿ ਨਾ ਕੁਝ ਸਕਿਆ, ਪਰ ਚੁੱਪ ਕਰਕੇ ਚਲਿਆ ਗਿਆ ਔਰੰਗਜ਼ੇਬ। ਚੁੱਪ ਕਰਕੇ ਚਲਿਆ ਗਿਆ, ਮੁੜ ਗਿਆ ਉੱਥੋਂ। ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ, ਚੱਕ ਲਿਆਓ ਇਸ ਸਰਮੱਧ ਨੂੰ। ਚੁੱਕ ਲਿਆਂਦਾ, ਜੋ ਹਸ਼ਰ ਹੋਣਾ ਸੀ ਪਤਾ ਹੀ ਸੀ। ਲਿਆ ਕੇ ਚਰਾਹੇ ਵਿੱਚ ਸਰਮੱਧ ਨੂੰ, ਤੇ ਉਹਦੇ ਉੱਤੇ 3 ਸਵਾਲ ਕੀਤੇ। ਸਵਾਲ ਕਿਹੜੇ ਕੀਤੇ? ਕਿਉਂਕਿ ਉਹ ਵੀ ਮੁਸਲਮਾਨ ਹੈ, ਸਰਮੱਧ ਵੀ ਮੁਸਲਮਾਨ ਸੀ। ਜੇ ਆਪਾਂ ਕਹੀਏ ਵੀ ਜਿਹੜਾ ਔਰੰਗਜ਼ੇਬ ਹੈ ਮੁਸਲਮਾਨਾਂ ਤੇ ਨਹੀਂ ਦੂਜੀ ਧਰਮ ਤੇ ਜ਼ੁਲਮ ਕਰਦਾ ਹੈ, ਤੇ ਮੁਸਲਮਾਨਾਂ ਵੀ ਤਾਂ, ਇਹ ਵੀ ਤਾਂ ਸਰਮੱਧ ਵੀ ਤਾਂ ਮੁਸਲਮਾਨ ਹੀ ਹੈ ਨਾ। ਹੁਣ ਮੁਸਲਮਾਨ ਨੂੰ ਮਾਰਨਾ ਹੈ ਤੇ ਕੋਈ ਢੰਗ ਤਰੀਕਾ ਕਿਹੜਾ ਲੱਭਿਆ ਜਾਏ? ਕਹਿਣ ਲੱਗਾ, ਉਹਦੇ ਤੇ ਪਹਿਲਾ ਸਵਾਲ ਕੀਤਾ ਕਿ ਤੂੰ ਆਪਣੇ ਤਨ ਉੱਤੇ ਬਸਤਰ ਕਿਉਂ ਨਹੀਂ ਪਾਉਂਦਾ? ਉਹਨੇ ਕਿਹਾ ਇਹਦਾ ਸਵਾਲ ਤੁਹਾਡਾ ਬਣਦਾ ਹੀ ਨਹੀਂ ਹੈ। ਤਨ ਮੇਰਾ ਹੈ, ਜੇ ਮੈਨੂੰ ਠੰਡ ਲੱਗੇਗੀ ਬਸਤਰ ਪਾ ਲਵਾਂਗਾ, ਨਹੀਂ ਲੱਗੇਗੀ ਲਾ ਦਿਆਂਗਾ। ਤਨ ਮੇਰਾ ਹੈ, ਢੱਕਾਂ ਚਾਹੇ ਨਾ ਢੱਕਾਂ, ਇਹਦਾ ਤੁਹਾਡਾ ਸਵਾਲ ਹੀ ਨਹੀਂ ਬਣਦਾ। ਮੇਰਾ ਤਨ ਹੈ, ਮੇਰੇ ਤਨ ਨੂੰ ਗਰਮੀ ਲੱਗਦੀ ਹੈ, ਠੰਡ ਲੱਗਦੀ, ਤੁਹਾਡਾ ਇਹ ਕੀ ਸਵਾਲ ਬਣਦਾ ਹੈ? ਤਨ ਢੱਕਾਂ ਚਾਹੇ ਨਾ ਢੱਕਾਂ। ਉਹਨਾਂ ਕਿਹਾ ਨਹੀਂ, ਇਸਲਾਮ ਦੇ ਵਿਰੁੱਧ ਹੈ। ਇਸਲਾਮ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਬੰਦਾ ਆਪਣੇ ਤਨ ਉੱਤੇ ਬਸਤਰ ਨਾ ਪਹਿਨੇ। ਦੂਜੀ ਗੱਲ ਨੂੰ ਇਹ ਕੀਤੀ, ਕਹਿਣ ਲੱਗੇ ਕਿ ਤੂੰ ਕੁਰਾਨ ਪੂਰੀ ਨਹੀਂ ਪੜ੍ਹਦਾ, ਅੱਧੀ ਪੜ੍ਹਦਾ ਹੈ। ਕੁਰਾਨ ਜਿਹੜੀ ਹੈ ਤੂੰ ਪੂਰੀ ਨਹੀਂ ਪੜ੍ਹਦਾ, ਅੱਧੀ ਕੁਰਾਨ ਕਿਉਂ ਪੜ੍ਹਦਾ? ਉਹਨੇ ਕਿਹਾ ਇਹ ਵੀ ਸਵਾਲ ਨਹੀਂ ਤੁਹਾਡਾ ਬਣਦਾ, ਕਿਉਂਕਿ ਮੈਂ ਬੱਚਾ ਹਾਂ। ਮੈਂ ਬੱਚਾ ਜਿਹੜਾ ਹੁੰਦਾ ਉਹ ਜਿਹੜੀ ਕੋਈ ਵੀ ਪੁਸਤਕ ਧਾਰਮਿਕ ਪੜ੍ਹੇ ਚਾਹੇ ਕਿਤਾਬ ਦੁਨਿਆਵੀ ਪੜ੍ਹੇ, ਉਹਦਾ ਜਿੰਨਾ ਜੀ ਕਰੇ ਉਹ ਪੜ੍ਹ ਸਕਦਾ ਹੈ। ਉਹਦੇ ਉੱਤੇ ਕੋਈ ਬੰਦਿਸ਼ ਥੋੜ੍ਹਾ ਵੀ ਇੰਨੀ ਪੜ੍ਹਨੀ ਹੈ। ਮੈਂ ਧਾਰਮਿਕ ਦੁਨੀਆ ਵਿੱਚ ਰੱਬ ਦਾ ਬੱਚਾ ਹਾਂ, ਮੇਰਾ ਜੀ ਕਰੇ ਮੈਂ ਇਹਨੂੰ ਅੱਧੀ ਪੜ੍ਹਾਂ, ਪੂਰੀ ਪੜ੍ਹਾਂ, 1 ਪੇਜ ਪੜ੍ਹਾਂ, 2 ਪੜ੍ਹਾਂ, 10 ਪੜ੍ਹਾਂ, ਵੀ ਇਹ ਤਾਂ ਤੁਹਾਡਾ ਸਵਾਲ ਹੀ ਨਹੀਂ ਬਣਦਾ। ਉਹਨਾਂ ਕਿਹਾ ਨਹੀਂ, ਸ਼ਰਅ ਦੇ ਉਲਟ ਹੈ, ਇਸਲਾਮ ਦੇ ਉਲਟ ਹੈ ਕਿ ਕੁਰਾਨ ਅੱਧੀ ਨਹੀਂ ਪੜ੍ਹਨੀ। 2 ਤੀਜੀ ਗੱਲ ਕਹਿ ਦਿੱਤੀ ਕਿ ਹਾਂ ਜੇ ਤੂੰ ਇਹ 2 ਗੱਲਾਂ ਵੀ ਕਹਿਣਾ ਵੀ ਤੁਹਾਡਾ ਇਹਦੇ ਨਾਲ ਦੋਹਾਂ ਗੱਲਾਂ ਨਾਲ ਕੋਈ ਸੰਬੰਧ ਨਹੀਂ, ਤੇ ਤੀਜੀ ਗੱਲ ਇਹ ਕਹੀ ਕਿ ਤੂੰ ਜਦੋਂ ਬਾਦਸ਼ਾਹ ਔਰੰਗਜ਼ੇਬ ਆਇਆ ਇਹਦੇ ਅੱਗੇ ਝੁਕਿਆ ਨਹੀਂ, ਇਹਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ, ਸਲਾਮਾਂ ਅਲੈਕਮ ਨਹੀਂ ਇਹਨੂੰ ਕਿਹਾ। ਜਦ ਕਿ ਮੁਸਲਮਾਨ ਇੱਕ ਦੂਜੇ ਨੂੰ ਮਿਲਦਾ ਹੈ, ਜਿਵੇਂ ਹਿੰਦੂ ਮਿਲਦੇ ਆ ਤੇ ਰਾਮ ਰਾਮ ਕਹਿੰਦੇ, ਆਪਣੇ ਵਿੱਚ ਮਿਲਦੇ ਆ ਤੇ ਇੱਕ ਦੂਜੇ ਨੂੰ ਆਪਾਂ ਫਤਿਹ ਬੁਲਾਉਂਦੇ ਆ, ਉਹ ਵੀ ਵੇਖ ਕੇ ਬੁਲਾਉਂਦੇ ਆ ਵੀ ਕਿਹੜੀ ਪਾਰਟੀ ਦਾ ਤੇ ਕਿਹੜੀ ਦਾ ਨਹੀਂ। ਜੇ ਤਾਂ ਸਾਡੀ ਪਾਰਟੀ ਦਾ ਬਣਾ ਲਓ, ਜੇ ਦੂਜੀ ਦਾ ਤੇ ਰਹਿਣ ਦਿਓ। ਅੱਜ ਸਾਡੇ ਵੀ ਸਿੱਖਾਂ ਦੇ ਹਾਲਤ ਇੱਦਾਂ ਦੀ ਬਣ ਚੁੱਕੀ ਹੈ, ਵੇਖ ਲੈਂਦੇ ਆ ਵੀ ਜੇ ਤਾਂ ਆਪਣੇ ਨਾਲ ਸੰਬੰਧਿਤ ਹੈ ਤੇ ਬੁਲਾ ਲਓ, ਨਹੀਂ ਸੰਬੰਧਿਤ ਤੇ ਕਹਿੰਦਾ ਤੂੰ ਉੱਧਰ ਜਾ ਮੈਂ ਇੱਧਰ ਜਾਣਾ। ਬੜੀ ਗਿਰਾਵਟ ਸਾਡੇ ਵਿੱਚ ਆ ਚੁੱਕੀ ਹੈ, ਕਹਿਣ ਮਾਤਰ ਗੱਲਾਂ ਰਹਿ ਗਈਆਂ ਨੇ ਸਿੱਖੀ ਦੀਆਂ। ਸਾਡੇ ਵਿੱਚ ਪਿਆਰ, ਮੁਹੱਬਤ, ਪ੍ਰੇਮ ਇਹ ਤਾਂ ਖਤਮ ਹੁੰਦੀਆਂ ਜਾਂਦੀਆਂ ਨੇ ਨਾ ਚੀਜ਼ਾਂ, ਪਤਾ ਨਹੀਂ ਕਿੱਧਰ ਲੁਕਦੀਆਂ ਜਾਂਦੀਆਂ ਨੇ। ਆਪਸ ਜਿਹੜੀ ਇਹ ਗੱਲ ਸੀ ਨਾ ਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ, ਪੁੱਤਾਂ, ਭਾਈਆਂ ਵਾਲੀਆਂ ਗੱਲਾਂ ਸਾਡੇ 'ਚ ਖਤਮ ਹੁੰਦੀਆਂ ਜਾ ਰਹੀਆਂ ਨੇ। ਗੁਰੂ ਕਿਰਪਾ ਕਰੇ। ਉਸ ਨੇ ਕਿਹਾ ਵੀ ਇਹ ਤੇਰੇ ਸਾਹਮਣੇ ਬਾਦਸ਼ਾਹ ਨੂੰ ਤੂੰ ਸਲਾਮਾਂ ਅਲੈਕਮ ਕਿਉਂ ਨਹੀਂ ਕਿਹਾ? ਉਹਨੇ ਕਿਹਾ ਇਹਦਾ ਜਵਾਬ ਮੈਂ ਇਸ ਕਰਕੇ ਤੁਹਾਨੂੰ ਦੇਣਾ ਵੀ ਸਲਾਮਾਂ ਅਲੈਕਮ ਮੈਂ ਕਿਉਂ ਨਹੀਂ ਕਿਹਾ, ਕਿਉਂਕਿ ਮੈਂ ਸਲਾਮਾਂ ਅਲੈਕਮ ਤਾਂ ਉਹਨੂੰ ਹੀ ਕਹਿੰਦਾ ਨਾ ਜੇ ਅਗਲੇ ਬੰਨੇ ਮੁਸਲਮਾਨ ਹੁੰਦਾ। ਤੇ ਉਹਨੇ ਕਿਹਾ ਬਾਦਸ਼ਾਹ ਔਰੰਗਜ਼ੇਬ ਮੁਸਲਮਾਨ ਨਹੀਂ? ਉਹਨੇ ਕਿਹਾ ਨਹੀਂ, ਇਹ ਮੁਸਲਮਾਨ ਨਹੀਂ। ਇਹਦੇ ਵਿੱਚ ਮੁਸਲਮਾਨ ਦੇ ਜਿਹੜੇ ਗੁਣ ਹੁੰਦੇ ਨੇ, ਇਹਦੇ ਵਿੱਚ ਤਾਂ ਮੈਨੂੰ ਇੱਕ ਵੀ ਨਜ਼ਰ ਨਹੀਂ ਆਉਂਦਾ। ਗੱਲ ਇੱਥੇ ਮੁਸਲਮਾਨ ਹਿੰਦੂ ਜਾਂ ਸਿੱਖ ਦੀ ਨਹੀਂ, ਗੱਲ ਤਾਂ ਗੁਣਾਂ ਦੀ ਹੈ ਨਾ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਵੱਡਾ ਹਿੰਦੂ ਕਿ ਮੁਸਲਮਾਨ ਹੋਈ ਕੌਣ ਵੱਡਾ? ਸਾਹਿਬ ਨੇ ਕਿਹਾ ਨਾਨਕ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਵੀ ਅਮਲਾਂ ਦੀ ਗੱਲ ਹੁੰਦੀ ਹੈ, ਗੱਲ ਕਿਸੇ ਧਰਮ ਜਾਤ ਦੀ ਨਹੀਂ, ਅਮਲ ਤੇ ਗੱਲ ਜਾ ਕੇ ਨਿਬੜਦੀ। ਉਹਨੇ ਕਿਹਾ ਇਹਦੇ ਵਿੱਚ ਮੁਸਲਮਾਨ ਵਾਲਾ ਗੁਣ ਹੀ ਕੋਈ ਨਹੀਂ ਹੈ, ਇਸ ਕਰਕੇ ਮੈਂ ਇਹਨੂੰ ਸਲਾਮਾਂ ਅਲੈਕਮ ਨਹੀਂ ਕਿਹਾ। ਬਸ 3 ਉਹਦੇ ਤੇ ਦੋਸ਼ ਮੜ ਕੇ ਚਰਾਹੇ ਦੇ ਵਿੱਚ ਸਰਮੱਧ ਦਾ ਕਤਲ ਕਰ ਦਿੱਤਾ ਗਿਆ, ਦਿਨ ਦੀਵੀਓ ਦਾ ਕਤਲ ਕਰ ਦਿੱਤਾ ਗਿਆ। ਹੁਣ ਉਸ ਬੰਦੇ ਦਾ ਕੀ ਦੋਸ਼ ਸੀ? ਦੋਸ਼ ਤਾਂ ਕੋਈ ਨਹੀਂ ਸੀ ਨਾ ਉਹਦਾ ਬੰਦੇ ਦਾ, ਪਰ ਕਿਉਂ ਕਰ ਦਿੱਤਾ? ਕਿਉਂਕਿ ਉਹ ਝੁਕਿਆ ਨਹੀਂ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ। ਇਹ ਤਾਂ ਅਸੀਂ ਚਲੋ ਇੱਕ ਆਪਾਂ ਜਿਹੜੀ ਸਾਖੀ ਲੈ ਲਈ ਇਸ ਕਰਕੇ ਕਿ ਬੇਪਰਵਾਹ ਦੇ ਸੰਬੰਧ ਵਿੱਚ ਮੈਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਜੇ ਤੁਹਾਡੇ ਨਾਲ ਇੱਕ ਸਾਂਝ ਪਾਉਣੀ ਸਾਖੀ ਦੀ ਕਿ ਕੀ ਗੁਰੂ ਨਾਨਕ ਦੇ ਘਰ ਵਿੱਚ ਵੀ ਮਾਨ ਸਨਮਾਨ ਇੱਜ਼ਤ ਕਿਹਨੂੰ ਮਿਲਦੀ ਹੈ? ਜਿਹਦੇ ਕੋਲੇ ਬਾਹਰੀ ਤੌਰ ਤੇ ਧਨ ਦੌਲਤ ਪਦਾਰਥ ਪ੍ਰਭਤਾ ਉਹਨੂੰ, ਕਿ ਜਾਂ ਜਿਹਦੇ ਕੋਲੇ ਪਰਮਾਤਮਾ ਦਾ ਨਾਮ ਰੂਪੀ ਧਨ ਹੈ ਉਹਨੂੰ। ਇੱਕ ਬੱਚੇ ਦਾ ਪਿਤਾ ਚੜ੍ਹਾਈ ਕਰ ਗਿਆ ਤੇ ਉਸ ਦੀ ਮਾਂ ਨੇ ਉਹਨੂੰ ਪਾਲਿਆ, ਪੜ੍ਹਾਇਆ ਲਿਖਾਇਆ, ਬੱਚੇ ਅੰਦਰ ਚੰਗੇ ਸ਼ੁਭ ਗੁਣ ਪੈਦਾ ਕਰ ਦਿੱਤੇ। ਤੇ ਕਹਿੰਦੇ ਨੇ ਮਾਂ ਰੋਜ਼ ਆਪਣੇ ਬੱਚੇ ਨੂੰ ਗੁਰੂ ਨਾਨਕ ਦੇ ਘਰ ਦੀ ਵਡਿਆਈ ਦੱਸਦੀ ਹੈ, ਗੁਰੂ ਨਾਨਕ ਦੇ ਘਰ ਦੀ ਸ਼ੋਭਾ ਦੱਸਦੀ ਹੈ। ਤੇ ਬੱਚਾ ਕਹਿੰਦਾ ਆਪਣੀ ਮਾਂ ਨੂੰ, ਮਾਂ ਜੋ ਤੂੰ ਮੈਨੂੰ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ, ਗੁਰੂ ਨਾਨਕ ਦੇ ਘਰ ਦੀਆਂ ਕਥਾ ਕਹਾਣੀਆਂ ਸੁਣਾਉਣੀ ਹੈ, ਜਿਸ ਗੁਰੂ ਦੀ ਵਡਿਆਈ ਕਰਕੇ ਸੁਣਾਉਣੀ, ਉਸ ਗੁਰੂ ਦੇ ਕਦੇ ਦੀਦਾਰ ਵੀ ਹੋ ਸਕਦੇ ਆਪਾਂ ਨੂੰ, ਉਹ ਗੁਰੂ ਕਦੀ ਮਿਲ ਵੀ ਸਕਦਾ ਹੈ। ਤੇ ਮਾਂ ਕਹਿੰਦੀ ਹਾਂ ਬੇਟਾ ਜੇ ਭਰੋਸਾ ਰੱਖੇਂਗਾ ਤੇ ਗੁਰੂ ਮਿਲੇਗਾ। ਤੇ ਕਹਿਣ ਲੱਗਾ ਮਾਂ ਜੇ ਭਲਾ ਗੁਰੂ ਮਿਲੇ ਤੇ ਉਹਨੂੰ ਦੇਈਦਾ ਕੀ ਹੈ? ਗੁਰੂ ਨੂੰ ਕਿਹੜੀ ਚੀਜ਼ ਦੇਈਦੀ ਹੈ? ਕੀ ਭੇਟਾ ਕੀ ਰੱਖੀ ਦੀ ਗੁਰੂ ਅੱਗੇ? ਤੇ ਮਾਂ ਨੇ ਕਿਹਾ ਬੇਟਾ ਇਹ ਗੁਰੂ ਨਾਨਕ ਦਾ ਘਰ ਇਹੋ ਜਿਹਾ ਜਿਹਦੀ ਅੱਗੇ ਭੇਟਾ ਨੀਅਤ ਨਹੀਂ ਕੀਤੀ ਹੋਈ ਵੀ ਕਿਹੜੀ ਭੇਟਾ ਰੱਖੀ ਜਾਂਦੀ। ਇੱਥੇ ਤਾਂ ਆਪਾਂ ਅਰਦਾਸ ਕਰਦੇ ਹਾਂ ਤੇ ਕਦੀ ਆਪਾਂ ਤੁਸੀਂ ਸੁਣਿਓ ਅਰਦਾਸ ਦੇ ਸ਼ਬਦ
ਪੈਸਿਆਂ ਦਾ ਜ਼ਿਕਰ ਨਹੀਂ ਜੀ ਆਉਂਦਾ। ਆਪਾਂ ਕਹਿੰਦੇ ਸੰਗਤਾਂ ਵੱਲੋਂ ਤਿਲ ਫੁੱਲ, ਹੁਣ ਤਿਲ ਫੁੱਲ ਸ਼ਬਦ ਵਰਤਿਆ ਜਾਂਦਾ, ਉਹਦੇ 'ਚ ਨਾ ਪੈਸਾ ਆਇਆ ਨਾ ਕੋਈ ਹੋਰ ਸਮਾਨ ਆਇਆ। ਭਾਵੇਂ ਕਿਸੇ ਨੇ ਕਰੋੜਾਂ ਰੁਪਈਆ ਚੜਾਇਆ ਤੇ ਭਾਵੇਂ ਕਿਸੇ ਨੇ 1 ਪੈਸਾ ਚੜਾਇਆ, ਗੱਲ ਤਾਂ ਤਿਲ ਫੁੱਲ ਦੀ ਆ ਗਈ ਨਾ, ਉਹਦੇ ਵਿੱਚ ਪੈਸਾ ਤਾਂ ਨਹੀਂ ਕਦੀ ਅਰਦਾਸ ਵਿੱਚ ਸ਼ਬਦ ਆਉਂਦਾ। ਖੈਰ ਉਹਨੇ ਕਿਹਾ ਬੇਟਾ ਗੁਰੂ ਨਾਨਕ ਦੇ ਘਰ ਵਿੱਚ ਅੰਦਰ ਦੀ ਭਾਵਨਾ ਪ੍ਰਗਟ ਕਰਨੀ ਪੈਂਦੀ ਹੈ, ਬਾਹਰੀ ਤੌਰ ਤੇ ਕੁਝ ਹੈ ਠੀਕ ਹੈ, ਨਹੀਂ ਤੇ ਨਹੀਂ ਤਾਂ ਵੀ ਕੋਈ ਨਹੀਂ। ਕੌਡੀ ਅਗਰ ਭਾਗ ਰੱਖੇ ਉਹਦੇ ਅੱਗੇ ਕੌਡੀ ਵੀ ਇੱਕ ਰੱਖ ਦਈਏ ਤਾਂ ਵੀ ਉਹ ਪ੍ਰਵਾਨ ਕਰ ਲੈਂਦਾ ਹੈ। ਪਰ ਫਿਰ ਵੀ ਜੇ ਤੂੰ ਪੁੱਤ ਚਾਹੁੰਦਾ ਹੈ ਕਿ ਮੈਂ ਗੁਰੂ ਦੇ ਅੱਗੇ ਕੁਝ ਭੇਟਾ ਰੱਖਾਂ ਤੇ ਮੈਂ ਤੈਨੂੰ 1 ਪੈਸਾ ਦੇ ਦਿੰਨੀ ਆ, ਪੈਸਾ ਰੱਖ ਆਪਣੇ ਕੋਲੇ, ਤੇ 1 ਗੁੜ ਦੀ ਰੋੜੀ ਜੇ ਗੁਰੂ ਨੂੰ ਇਹ ਵੀ ਭੇਟਾ ਕਰਦੀ ਨਾ, ਗੁੜ ਦੀ ਰੋੜੀ ਬੇਟਾ ਜੇ ਇਹ ਵੀ ਰੱਖ ਦੇਗਾ ਤੇ ਗੁਰੂ ਇਹਦੇ 'ਚ ਵੀ ਖੁਸ਼ ਹੋ ਜਾਏਗਾ। ਸਿਰਫ ਭੇਟਾ ਹੀ ਰੱਖਣੀ, ਅੰਦਰ ਦੀ ਭਾਵਨਾ ਪ੍ਰਗਟ ਕਰਨੀ ਹੈ। ਉਹਨੇ 1 ਪੈਸਾ ਤੇ ਗੁੜ ਦੀ ਛੋਟੀ ਜੀ ਰੋੜੀ ਆਪਣੇ ਪੱਲੇ ਦੇ ਨਾਲ ਬੰਨ੍ਹ ਲਈ। ਪੱਲੇ ਨਾਲ ਬੰਨਣ ਕਰਕੇ ਜਦੋਂ ਉਹਨੇ ਜਾਣਾ ਆਪਣੇ ਖੇਤਾਂ 'ਚ ਕੰਮਕਾਰ ਕਰਨਾ ਤੇ ਲੋਕਾਂ ਪੁੱਛਣਾ ਵੀ ਆ ਆਪਣੇ ਪੱਲੇ ਕੀ ਬੱਧਿਆ? ਉਹ ਕਹਿੰਦਾ ਪੱਲੇ ਮੈਂ ਇਹ ਬੰਨਿਆ, ਮੇਰਾ ਗੁਰੂ ਜਦੋਂ ਆਵੇਗਾ ਮੈਂ ਉਹਨੂੰ ਭੇਟਾ ਰੱਖਣੀ ਆਪਣੇ ਗੁਰੂ ਨੂੰ। ਤੇ ਪਿੰਡ ਵਾਲਿਆਂ ਮਖੌਲ ਕਰਨਾ, ਪਿੰਡ ਵਾਲਿਆਂ ਦਾ ਮਖੌਲ ਉਡਾਉਣਾ ਵੀ ਤੁਹਾਡੇ ਘਰੇ ਗੁਰੂ, ਜਿੰਨਾ ਘਰੇ ਰੋਟੀ ਨਹੀਂ ਪੱਕਦੀ ਤੁਹਾਡੇ ਘਰੇ ਗੁਰੂ ਕੀ ਲੈਣ ਆਵੇਗਾ। ਤੇ ਕਹਿੰਦੇ ਨੇ ਉਹਦਾ ਨਾਂ ਪੈ ਗਿਆ ਪੱਲਾ, ਕਿਉਂਕਿ ਪੱਲੇ ਉਹ ਆਪਣੇ 1 ਗੁੜ ਦੀ ਰੋੜੀ ਰੱਖਦਾ ਸੀ ਤੇ 1 ਪੈਸਾ ਰੱਖਦਾ, ਤੇ ਇਹਦੋਂ ਉਹਦਾ ਨਾਂ ਪਿੰਡ ਵਾਲਿਆਂ ਪਾਤਾ ਪੱਲਾ, ਭਾਵ ਕਿ ਪੱਲੇ ਦੇ ਨਾਲ ਗੁੜ ਦੀ ਰੋੜੀ ਤੇ ਪੈਸਾ ਰੱਖਣਾ, ਇਸ ਕਰਕੇ ਲੋਕੀ ਨੂੰ ਪੱਲਾ ਕਹਿਣ ਲੱਗ ਪਏ। ਕਹਿੰਦੇ ਉਹ ਗੁਰੂ ਗੁਰੂ ਜਪਦਾ ਰਹਿਣਾ, ਗੁਰੂ ਗੁਰੂ ਜਪੀ ਜਾਣਾ, ਕੰਮ ਕਾਰ ਕਰਨਾ, ਆਪਣੇ ਖੇਤਾਂ 'ਚ ਜਾਣਾ, ਉਹਨੇ ਸਾਰਾ ਦਿਨ ਜੋ ਵੀ ਆਪਣਾ ਕੰਮ ਧੰਦਾ ਕਾਰੋਬਾਰ ਕਰੀ ਜਾਣਾ ਤੇ ਗੁਰੂ ਗੁਰੂ ਜਪੀ ਜਾਣਾ। ਕਹਿੰਦੇ ਨੇ ਇੱਕ ਦਿਨ ਆਪਣੀ ਮਾਂ ਨੂੰ ਕਹਿੰਦਾ, ਮਾਂ ਪਿੰਡ ਵਾਲੇ ਬੜਾ ਮਖੌਲ ਕਰਦੇ ਨੇ, ਬੜਾ ਮੇਰਾ ਮਖੌਲ ਉਡਾਉਂਦੇ ਨੇ, ਕਿਉਂਕਿ ਪਿੰਡ ਵਿੱਚ ਸਾਰੇ ਲੋਕ ਧਨਾੜ ਰਹਿੰਦੇ ਨੇ, ਅਮੀਰ ਰਹਿੰਦੇ ਨੇ। ਆਪਣੇ ਘਰੇ ਕਈ ਵਾਰ 1 ਡੰਗ ਦੀ ਰੋਟੀ ਪੱਕਦੀ, 1 ਦੀ ਨਹੀਂ ਵੀ ਪੱਕਦੀ, ਪਰ ਇਹ ਲੋਕ ਮੈਨੂੰ ਮਖੌਲ ਕਰਦੇ, ਤੁਹਾਡੇ ਕੰਗਾਲਾਂ ਦੇ ਘਰੇ ਗੁਰੂ ਕੀ ਲੈਣਾ ਹੋਵੇਗਾ, ਤੁਹਾਡੇ ਗਰੀਬਾਂ ਦੇ ਘਰੇ ਗੁਰੂ ਕੀ ਲੈਣਾ ਹੋਵੇਗਾ। ਉਹ ਵੀ ਲੋਕ ਸੱਚੇ ਸੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਜਿਹੜਿਆਂ ਗੁਰੂਆਂ ਦੀ ਲੋਕ ਗੱਲ ਕਰਦੇ ਹੈ ਉਹ ਮਲਕ ਭਾਗਵਾਂ ਦੇ ਘਰੇ ਹੀ ਜਾਂਦੇ ਆ, ਭਾਈ ਲਾਲੋ ਦੇ ਘਰੇ ਨਹੀਂ ਜਾਂਦੇ, ਜਿਹੜੇ ਅੱਜ ਵਾਲੇ ਵੀ ਹੈ। ਅੱਜ ਵਾਲਾ ਵੀ ਜਿਹੜਾ ਗੁਰੂ ਹੈ ਜਾਂ ਅੱਜ ਵਾਲਾ ਜਿਹੜਾ ਡੇਰੇਦਾਰ ਸਾਧ ਹੈ, ਉਹਦੀ ਭਾਈ ਲਾਲੋ ਨਾਲ ਕੋਈ ਸਾਂਝ ਨਹੀਂ ਹੈ, ਉਹਦੀ ਮਲਕ ਭਾਗਵਾਂ ਨਾਲ ਸਾਂਝ ਹੈ। ਭਾਵੇਂ ਸਮੈਕ ਵੇਚ ਕੇ ਪੈਸਾ ਲਿਆ ਕੇ ਬਾਬੇ ਨੂੰ ਦੇ ਦਿਓ, ਕੋਈ ਬਾਬੇ ਦੀ ਹਿੰਮਤ ਨਹੀਂ ਹੈ ਕਿ ਇੱਕ ਵਾਰ ਵੀ ਕਹਿ ਦੇਵੇ ਵੀ ਚੁੱਕ ਲਾ ਆਪਣੇ ਪੈਸੇ, ਸਮੈਕ ਵੇਚ ਕੇ ਮੇਰੇ ਅੱਗੇ ਲਿਆ ਕੇ ਰੱਖੇ। ਕਿਹੜਾ ਬਾਬਾ ਜਿਹੜਾ ਜੁਰਤ ਕਰੇਗਾ? ਜਿਹੜੇ ਮਰਜ਼ੀ ਬਾਬੇ ਨੂੰ ਤੁਸੀਂ 20-25 ਲੱਖ ਰੁਪਏ ਦੀ ਗੱਡੀ ਚੜਾ ਦਿਓ, ਚੁੱਪ ਕਰਕੇ ਰੱਖ ਲਏਗਾ, ਉਹ ਨਹੀਂ ਪੁੱਛੇਗਾ ਇਹ ਸਮੈਕ ਵੇਚ ਕੇ ਚੜਾਈ ਕਿ ਆਪਣੀ ਹੱਕ ਦੀ 10 ਨੌਆਂ ਦੀ ਕਿਰਤ ਦੀ ਚੜਾਈ ਹੈ। ਪਰ ਕੌਣ ਕਹੇਗਾ ਨਹੀਂ ਐਸਾ ਕੋਈ ਕਿਤੇ ਮਾਲਕ ਦੀ ਕਿਰਪਾ ਵਾਲਾ ਕੋਈ ਕਿਤੇ ਕਰੋੜਾਂ 'ਚ 1 ਮਿਲ ਜਾਏ ਤੇ ਕਿਹਾ ਨਹੀਂ ਜਾ ਸਕਦਾ ਕੋਟਣ ਮੈਂ ਨਾਨਕੋ ਨਾਰਾਇਣ ਜੇ ਚੇਤ। ਖੈਰ ਫਿਰ ਉੱਥੇ ਹੀ ਆਈਏ, ਉਹਨੇ ਕਿਹਾ ਮਾਂ ਲੋਕ ਮਖੌਲ ਬੜਾ ਡਾਉਂਦੇ ਨੇ, ਪਰ ਮਾਂ ਇੰਨੀ ਵਿਸ਼ਵਾਸ ਵਾਲੀ ਸੀ, ਉਹਨੇ ਕਿਹਾ ਬੇਟਾ ਕੋਈ ਗੱਲ ਨਹੀਂ, ਪਰਵਾਹ ਨਾ ਕਰ, ਇਹਨਾਂ ਲੋਕਾਂ ਦੀ ਤੂੰ ਪਰਵਾਹ ਨਾ ਕਰ ਬੇਟਾ, ਜਿਹਨੂੰ ਆਪਾਂ ਆਰਾਧਦੇ ਨਾ ਯਾਦ ਕਰਦੇ ਆ, ਮੈਨੂੰ ਉਹਦੇ ਤੇ ਭਰੋਸਾ ਹੈ, ਇੱਕ ਦਿਨ ਜ਼ਰੂਰ ਤੇਰੇ ਕੋਲੇ ਆਵੇਗਾ, ਤੂੰ ਜਪੀ ਚੱਲ ਗੁਰੂ ਗੁਰੂ। ਅੱਜ ਪੱਲਾ ਆਪਣੇ ਖੂਹ ਤੇ ਬੈਠਾ ਹੈ ਤੇ ਕਹਿੰਦੇ ਨੇ ਖੂਹ ਤੇ ਬੈਠੇ ਦਾ ਇੰਨਾ ਕੁ ਧਿਆਨ ਜੁੜ ਗਿਆ, ਇੰਨਾ ਕੁ ਧਿਆਨ ਜੁੜ ਗਿਆ ਕਿ ਬਾਰ-ਬਾਰ ਯਾਦ ਕਰਦਾ ਤੇ ਅੱਖਾਂ ਦੇ ਵਿੱਚੋਂ ਅਥਰੂ ਜਾ ਰਹੇ ਨੇ, ਇੱਕ ਪਿਆਰ ਦੇ ਵਿਰਾਗ ਦੇ ਕਿ ਮਹਾਰਾਜ ਇਹ ਪਿੰਡ ਦੇ ਲੋਕ ਤਾਂ ਹੁਣ ਸਾਡੀ ਇੰਨਾ ਮਖੌਲ ਡਾਉਣ ਲੱਗ ਪਏ ਨੇ, ਇੰਨਾ ਮਖੌਲ ਡਾਉਣ ਲੱਗ ਪਏ ਨੇ। ਇਹ ਕਹਿੰਦੇ ਇਸ ਗਰੀਬ ਦੇ ਘਰੇ ਗੁਰੂ ਕਿਸ ਤਰ੍ਹਾਂ ਆ ਸਕਦਾ ਹੈ? ਦਾਤਾ ਕੀ ਸੱਚਮੁੱਚ ਹੀ ਇਹ ਲੋਕਾਂ ਦੀ ਗੱਲ ਸੱਚੀ ਹੋਣੀ ਹੈ ਕਿ ਜਾਂ ਤੂੰ ਕਿਰਪਾ ਕਰਕੇ ਮਿਹਰ ਵੀ ਕਰ ਦੇਂਗਾ। ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਮੇਰੇ ਸਾਹਿਬ ਮੰਜ਼ਲਾਂ ਮਾਰ ਕੇ ਇਸ ਪੱਲੇ ਦੇ ਪਿੰਡ ਵਿੱਚ ਪਹੁੰਚੇ ਤੇ ਬਾਰ-ਬਾਰ ਖੂਹ ਦੇ ਉੱਤੇ ਪੱਲਾ ਆਪਣੇ ਜਿਹੜੇ ਨੇਤਰ ਬੰਦ ਕਰਕੇ ਬੈਠਾ ਸੀ, ਗੁਰੂ ਸਾਹਿਬ ਨੇ ਜਾ ਕੇ ਸਿਰ ਦੇ ਉੱਤੇ ਹੱਥ ਰੱਖਿਆ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪੱਲੇ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਿਣ ਲੱਗੇ, ਕਹਿੰਦੇ ਭਈ ਲਿਆ ਸਾਡੀ ਭੇਟਾ। ਤੇ ਕਹਿਣ ਲੱਗੇ ਜਦੋਂ ਇਹ ਸ਼ਬਦ ਵਰਤਿਆ ਤੇ ਪੱਲਾ ਚੁੱਪ ਕਰਕੇ ਨੀਵੀਂ ਪਾਈ ਹੋਈ ਹੈ ਤੇ ਬੈਠਾ ਹੈ। ਗੁਰੂ ਸਾਹਿਬ ਨੇ ਦੂਜੀ ਵਾਰ ਕਿਹਾ, ਕਹਿਣ ਲੱਗੇ ਭਈ ਲਿਆ ਸਾਡੀ ਭੇਟਾ, ਆ ਜਿਹੜਾ ਪੱਲੇ ਬੰਨ੍ਹਿਆ ਆਪਣੇ ਵੀ ਸਾਨੂੰ ਦੇ, ਅਸੀਂ ਲੈਣ ਆਏ ਹਾਂ। ਤੇ ਜਦੋਂ ਤੀਜੀ ਵਾਰ ਕਿਹਾ ਤੇ ਕਹਿਣ ਲੱਗਾ ਇਹ ਉਸ ਦੇ ਵਾਸਤੇ ਹੈ ਜਿਹੜਾ ਸਾਡਾ ਗੁਰੂ ਹੈ, ਜਿਹਨੂੰ ਮੈਂ ਯਾਦ ਕਰਦਾ, ਜਿਹਨੂੰ ਮੈਂ ਆਰਾਧਦਾ, ਇਹ ਉਹਦੇ ਵਾਸਤੇ ਗੁੜ ਦੀ ਰੋੜੀ, ਉਹਦੇ ਵਾਸਤੇ 1 ਟਕਾ ਹੈ, ਕਿਸੇ ਹੋਰ ਵਾਸਤੇ ਨਹੀਂ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਨੇਤਰ ਤੇ ਖੋਲ ਕੇ ਵੇਖ, ਉਹੀ ਤੇਰੇ ਕੋਲੋਂ ਮੰਗਦਾ ਪਿਆ, ਜਿਹਦੇ ਵਾਸਤੇ ਤੂੰ ਇਹ ਭੇਟਾ ਲੈ ਕੇ ਬੈਠਾ, ਮੰਗਦਾ ਹੀ ਉਹ ਹੈ। ਜਦੋਂ ਨੇਤਰ ਖੋਲ ਕੇ ਵੇਖੇ, ਮੀਰੀ ਪੀਰੀ ਦੇ ਮਾਲਕ ਕਲਗੀ ਲੱਗੀ ਹੈ, 2 ਤਲਵਾਰਾਂ ਪਹਿਨੀਆਂ ਹੋਈਆਂ ਨੇ, ਬਾਦਸ਼ਾਹ ਦੇ ਬਾਦਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੇਟਾ ਨੂੰ ਪ੍ਰਵਾਨ ਕੀਤਾ। ਕਿ ਇਸ ਪਿੰਡ ਵਿੱਚ ਕਿੰਨੇ ਕੁ ਅਮੀਰ ਲੋਕ ਰਹਿੰਦੇ ਸੀ,
ਕਿੱਡੀਆਂ ਵੱਡੀਆਂ ਅਟਾਰੀਆਂ ਤੇ ਕੋਠੀਆਂ ਦੇ ਮਾਲਕ ਤੇ ਧਨ ਦੌਲਤ ਵਾਲੇ ਰਹਿੰਦੇ ਸਨ। ਗੁਰੂ ਹਰਗੋਬਿੰਦ ਮਹਾਰਾਜ ਜੀ ਉਸ ਦੁਨਿਆਵੀ ਤੌਰ ਤੇ, ਮੈਂ ਕਹਿ ਰਿਹਾ ਦੁਨਿਆਵੀ ਤੌਰ ਤੇ ਗਰੀਬ ਸਿੱਖ ਦੇ ਕੋਲੇ ਜਾ ਕੇ ਉਹਦੀ ਭੇਟਾ ਪ੍ਰਵਾਨ ਕੀਤੀ। ਚੱਲ ਪੱਲੇ ਆਪਾਂ ਪ੍ਰਸ਼ਾਦਾ ਵੀ ਛਕਣਾ ਹੈ, ਤੇ ਪ੍ਰਸ਼ਾਦਾ ਇਕੱਲਿਆਂ ਨਹੀਂ, ਆ ਸਿੱਖਾਂ ਨੇ ਵੀ ਨਾਲ ਛਕਣਾ ਹੈ। ਤੇ ਕਹਿਣ ਲੱਗੇ, ਜਦੋਂ ਪੱਲੇ ਦੇ ਮਨ ਵਿੱਚ ਭਰੋਸਾ ਤੇ ਸੀ, ਪਰ ਇੱਕਦਮ ਖਿਆਲ ਮਨ ਵਿੱਚ ਆ ਗਿਆ, ਘਰ ਵਿੱਚ ਤਾਂ ਇੱਕ ਡੰਗ ਦਾ ਹੀ ਆਟਾ ਹੋਣਾ ਹੈ, ਤੇ ਇੰਨਾ ਰਾਸ਼ਨ ਆਏਗਾ ਕਿੱਥੋਂ? ਕਹਿਣ ਲੱਗੇ, ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਪੱਲਿਆ ਭਈ ਆਪਾਂ ਅੱਜ ਸਾਰੇ ਨਗਰ ਨੂੰ ਪ੍ਰਸ਼ਾਦਾ ਛਕਾਉਣਾ ਹੈ, ਸੁਨੇਹਾ ਦਿਆ ਸਾਰਿਆਂ ਨੂੰ। ਕਹਿੰਦੇ ਜਦੋਂ ਨਗਰ ਵਾਲਿਆਂ ਨੂੰ ਕਹਿ ਦਿੱਤਾ ਵੀ ਮੇਰਾ ਗੁਰੂ ਆ ਗਿਆ, ਇੰਨਾ ਖੁਸ਼ੀ ਵਿੱਚ ਹੀ ਪੱਲਾ ਕਹਿਣ ਲੱਗਾ ਮੇਰਾ ਗੁਰੂ ਆ ਗਿਆ, ਵੀ ਸਾਰੇ ਆਇਓ ਸਾਡੇ ਘਰੇ ਤੇ ਪ੍ਰਸ਼ਾਦਾ ਅਸੀਂ ਤਿਆਰ ਕਰਨਾ। ਤੇ ਲੋਕਾਂ ਨੇ ਮਖੌਲ ਉਡਾਇਆ, ਓਏ ਪੱਲਿਆ ਤੇਰੇ ਘਰੇ ਤੇ ਇੱਕ ਡੰਗ ਦੀ ਰੋਟੀ ਹੋਣੀ, ਉਹ ਵੀ ਤੇਰੇ ਗੁਰੂ ਜੋਗੀਆਂ 2 ਰੋਟੀਆਂ ਤੂੰ ਲਾ ਸਕੇਗਾ, ਪਿੰਡ ਵਾਲਿਆਂ ਨੂੰ ਕਿਤਨਾ ਰਜ਼ਾ ਲਵੇਂਗਾ, ਪਿੰਡ ਦੇ ਲੋਕਾਂ ਨੂੰ ਤੂੰ ਆਵਾਜ਼ਾਂ ਦਿੰਦਾ। ਕਹਿਣ ਲੱਗੇ, ਫਿਰ ਲੋਕਾਂ ਨੇ ਮਖੌਲ ਉਡਾਉਣ ਲਈ ਕਹਿਣ ਲੱਗੇ, ਲਿਆਓ ਜਿੰਨੇ ਲੋਕੀ ਲਿਆਂਦੇ ਜਾਂਦੇ ਆ, ਪਿੰਡ 'ਚ ਪਤਾ ਹੀ ਹੁੰਦਾ ਵੱਧ ਰੋਟੀਆਂ ਕਿਹੜੀਆਂ ਖਾਂਦਾ, ਕਹਿੰਦੇ ਉਹਨਾਂ ਨੂੰ ਵੀ ਲੈ ਆਓ, ਜਿਹੜਾ 15-15 20 ਖਾ ਜਾਂਦਾ ਉਹਨੂੰ ਵੀ ਲੈ ਆਓ। ਪਿੰਡ 'ਚੋਂ ਬੰਦੇ ਉਹ ਵੀ ਇਕੱਠੇ ਕੀਤੇ ਗਏ, ਨਗਰ ਸਾਰਾ ਇਕੱਠਾ ਹੋਇਆ। ਤੇ ਪੱਲੇ ਨੇ ਆ ਕੇ ਆਪਣੀ ਮਾਂ ਨੂੰ ਕਿਹਾ, ਮਾਂ ਆਪਾਂ ਪ੍ਰਸ਼ਾਦਾ ਤਿਆਰ ਕਰਨਾ ਸੰਗਤ, ਤੇ ਗੁਰੂ ਸਾਡੇ ਘਰੇ ਆਇਆ ਹੈ। ਪਰ ਸਹਿਬ ਬਾਣੀ ਵਿੱਚ ਕਹਿੰਦੇ ਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਚਲਿਆ ਜਾਏ ਉੱਥੇ ਘਾਟ ਕਿਹੜੀ ਚੀਜ਼ ਦੀ ਭਲਾ ਰਹਿ ਜਾਂਦੀ ਹੈ। ਜਿੱਥੇ ਦੀਨ ਦੁਨੀਆ ਦਾ ਮਾਲਕ ਚਲਿਆ ਗਿਆ, ਸਾਰਿਆਂ ਖਜ਼ਾਨਿਆਂ ਦਾ ਮਾਲਕ ਜਿੱਥੇ ਚਲੇ ਗਿਆ, ਉੱਥੇ ਘਾਟ ਰਹਿ ਸਕਦੀ ਕਿਸੇ ਚੀਜ਼ ਦੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਗਏ। ਕੀ ਸੀ ਉਹਨਾਂ ਕੋਲੇ ਘਰੇ? ਗੁਰੂ ਮਹਾਰਾਜ ਜੀ ਦੇ ਘਰ ਗੁਰੂ ਮਹਾਰਾਜ ਦੇ ਸਤਿਕਾਰ ਵਾਸਤੇ ਕੀ ਵਿਛਾ ਕੇ ਦਿੰਦੇ, ਪਰ ਜੋ ਕੁਝ ਸੀ ਵਿਚਾਰਿਆਂ ਦੇ ਘਰ ਵਿੱਚ, ਉਹਨਾਂ ਨੇ ਗੁਰੂ ਸਾਹਿਬ ਦਾ ਅਦਬ ਮਾਨ ਸਤਿਕਾਰ ਕੀਤਾ। ਤੇ ਪੱਲੇ ਨੂੰ ਗੁਰੂ ਸਾਹਿਬ ਕਹਿੰਦੇ, ਪੱਲਿਆ ਬਈ ਤੂੰ ਅੰਦਰੋਂ ਆਟਾ ਭੜੋਲੇ 'ਚੋਂ ਕੱਢੀ ਆ। ਤੇ ਮਾਤਾ ਨੂੰ ਕਿਹਾ, ਮਾਤਾ ਜੀ ਤੁਸੀਂ ਗੁੰਨੀ ਚੱਲੋ, 2-4 ਬੀਬੀਆਂ ਜੇ ਹੋਰ ਨਾਲ ਲੱਗਦੀਆਂ ਤੇ ਲਾ ਲਓ, ਨਹੀਂ ਤੇ ਸਿੱਖਾਂ ਨੂੰ ਕਿਹਾ ਤੁਸੀਂ ਨਾਲ ਲੱਗ ਜਾਓ, ਜਿਹੜੇ ਗੁਰੂ ਸਾਹਿਬ ਦੇ ਨਾਲ ਸਿੱਖੋ ਤੁਸੀਂ ਨਾਲ ਲੱਗੋ। ਕੋਈ ਸਿੱਖ ਆਟਾ ਗੁੰਨਣ ਲੱਗ ਪਿਆ, ਕੋਈ ਜਿਹੜਾ ਸੀ ਉਹ ਦਾਲ ਧਰ ਦਿੱਤੀ। ਇਸ ਤਰ੍ਹਾਂ ਕਰਕੇ ਜਿਹੜੇ ਪਦਾਰਥ ਸ਼ੁਰੂ ਹੋ ਗਏ ਬਣਨੇ, ਪਿੰਡ ਦੇ ਲੋਕ ਇਕੱਠੇ ਹੋਣ ਲੱਗ ਪਏ, ਲੰਗਰ ਤਿਆਰ ਹੋ ਗਿਆ। ਕਹਿੰਦੇ ਨੇ ਗੁਰੂ ਮਹਾਰਾਜ ਜੀ ਨੇ ਅਰਦਾਸ ਕੀਤੀ, ਤੇ ਅਰਦਾਸ ਕਰਕੇ ਸਤਿਗੁਰਾਂ ਨੇ ਪ੍ਰਵਾਨਗੀ ਦਿੱਤੀ ਲੰਗਰ ਦੀ। ਕਹਿੰਦੇ ਵਰਤਾਓ। ਸਾਹਿਬ ਕਹਿੰਦੇ ਪੰਗਤਾਂ ਲਾ ਦਿਓ, ਤੇ ਪੰਗਤਾਂ ਲਾ ਕੇ ਲੰਗਰ ਵਰਤਾਉਣਾ ਸ਼ੁਰੂ ਕਰ ਦਿਓ। ਕਹਿੰਦੇ ਜਦੋਂ ਲੰਗਰ ਵਰਤਾਉਣਾ ਸ਼ੁਰੂ ਹੋਇਆ, ਨਾ ਪੱਲੇ ਨੂੰ ਕੋਈ ਸਮਝ ਲੱਗਦੀ, ਨਾ ਉਹਦੀ ਮਾਂ ਨੂੰ ਕੋਈ ਸਮਝ ਲੱਗਦੀ ਹੈ, ਇਹ ਪਦਾਰਥ ਤੁਰੇ ਕਿੱਧਰੋਂ ਆਉਂਦੇ ਨੇ, ਇਹ ਕਿੱਧਰੋਂ ਸਾਰੇ ਪਦਾਰਥ ਤੁਰੇ ਆਉਂਦੇ ਨੇ, ਆਟਾ ਕਿੱਧਰੋਂ ਤੁਰਿਆ ਆਉਂਦਾ, ਦਾਲ ਸਬਜ਼ੀਆਂ ਕਿੱਧਰੋਂ ਤੁਰੀਆਂ ਆਉਂਦੀਆਂ। ਇਹ ਕੋਈ ਕਰਾਮਾਤ ਨਾ ਸਮਝ ਲੈਣਾ ਵੀ ਮੈਂ ਕੋਈ ਕਰਾਮਾਤ ਸੁਣਾ ਰਿਹਾ। ਗੁਰੂ ਉੱਤੇ ਭਰੋਸਾ ਵਿਸ਼ਵਾਸ ਹੋਣਾ ਚਾਹੀਦਾ, ਜਿਹਦੇ ਕੋਲੇ ਸਾਰੇ ਭੰਡਾਰੇ ਨੇ। ਆਪਾਂ ਕਈ ਵਾਰ ਅੱਗੇ ਸ਼ਬਦ ਕਿਹਾ ਹੈ ਕਿ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਉਹਨੇ ਹੱਥ ਦੀ ਤਲੀ ਉੱਤੇ ਸਾਰਾ ਕੁਝ ਰੱਖਿਆ ਪਿਆ ਹੈ, ਲੈਣ ਕਿੱਥੋਂ ਜਾਣਾ ਰੱਬ ਨੇ? ਹੱਥ ਦੀ ਤਲੀ ਉੱਤੇ ਰੱਬ ਦਾ ਰੂਪ ਹੀ ਗੁਰੂ ਹਰਗੋਬਿੰਦ ਮਹਾਰਾਜ ਜੀ। ਗੱਲ ਤਾਂ ਉਹੀ ਹੈ ਨਾ, ਗੁਰ ਪਰਮੇਸ਼ਰ ਇੱਕੋ ਜਾਣ। ਪਿੰਡ ਦੇ ਲੋਕਾਂ ਨੇ ਰੱਜ ਕੇ ਪਦਾਰਥ ਛਕੇ। ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਪੱਲਿਆ ਪਿੰਡ ਵਾਲਿਆਂ ਨੂੰ ਕਹਿ 2 ਡੰਗ ਦੀ ਰੋਟੀ ਇੱਥੋਂ ਲੈ ਕੇ ਜਾਣ, ਇੱਥੋਂ ਲੈ ਕੇ ਜਾਣ 2 ਡੰਗ ਦੀ ਰੋਟੀ ਵੀ ਆਪਣੇ ਅੱਜ ਵੀ, ਤੇ ਕੱਲ ਸਵੇਰ ਦਾ ਵੀ ਰਾਸ਼ਨ ਤੇਰੇ ਘਰ ਵਿੱਚੋਂ ਲੈ ਕੇ ਜਾਣ। ਜਦੋਂ ਇਹ ਗੱਲ ਕਹਿ ਦਿੱਤੀ, ਤੇ ਪਿੰਡ ਦੇ ਫਿਰ ਜਿਹੜੇ ਲੋਕ ਸੀ ਨਾ ਸਾਰੇ, ਉਹਨਾਂ ਵਿੱਚ ਸਿਆਣਿਆਂ ਬੰਦਿਆਂ ਨੇ ਕਿਹਾ, ਓਏ ਅਜੇ ਭੁੱਲ ਬਖਸ਼ਾ ਲਓ, ਅਜੇ ਵੀ ਆਪਣਾ ਭਲਾ ਹੋ ਸਕਦਾ। ਅਜੇ ਇਹ ਪੱਲੇ ਨੂੰ ਆਪਾਂ ਕੁਝ ਹੋਰ ਸਮਝਦੇ ਸਾਂ, ਪਰ ਪੱਲੇ ਦੇ ਕੋਲੇ ਤੇ ਇੱਕ ਬੜੀ ਤਗੜੀ ਅਮੀਰੀ ਹੈ। ਪੱਲਾ ਤੇ ਬੜਾ ਵੱਡਾ ਅਮੀਰ ਹੈ ਭਾਈ, ਜਿਹਦੇ ਕੋਲੇ ਬਾਦਸ਼ਾਹ ਦੇ ਬਾਦਸ਼ਾਹ ਸਤਿਗੁਰੂ ਆ ਗਏ ਜਿਸ ਘਰ ਵਿੱਚ, ਤੇ ਇਹ ਤੋਂ ਵੱਡਾ ਹੋਰ ਅਮੀਰ ਕੌਣ ਹੋ ਸਕਦਾ ਹੈ। ਹੁਣ ਵੀ ਇਸ ਮੌਕਾ ਜੇ ਪਿੰਡ ਵਾਲਿਆਂ ਨੇ ਕਿਹਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਸਾਨੂੰ ਬਖਸ਼ ਦੇਣ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਪਿੰਡ ਦੇ ਜ਼ਿੰਮੇਵਾਰ ਮੋਹਤਬਾਰਾਂ ਨੇ ਸਿਰ ਝੁਕਾਇਆ। ਦਾਤਾ ਅਸੀਂ ਤਾਂ ਇਸ ਪੱਲੇ ਨੂੰ ਕੁਝ ਹੋਰ ਹੀ ਸਮਝਿਆ ਸੀ, ਪਰ ਇਸ ਪੱਲੇ ਦੇ ਕਾਰਨ ਸਾਡੇ ਨਗਰ ਦਾ ਭਲਾ ਹੋ ਗਿਆ, ਇਸ ਪੱਲੇ ਦੇ ਕਾਰਨ ਸਾਨੂੰ ਦੀਦਾਰ ਹੋ ਗਏ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਸ਼ਬਦ ਕਿਹਾ ਸੀ? ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਕਦੀ ਵੀ ਬਾਹਰੀ ਤੌਰ ਤੇ ਕਿਸੇ ਮਨੁੱਖ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਸ਼ਬਦ ਵੀ ਕਹੇ ਭਗਤ ਕਬੀਰ ਸਾਹਿਬ ਜੀ ਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਚੁੱਕੀ ਸੀ, ਪ੍ਰਕਾਸ਼ ਹੋ ਚੁੱਕਿਆ ਸੀ। ਗੁਰੂ ਹਰਗੋਬਿੰਦ ਮਹਾਰਾਜ ਨੇ ਉੱਥੇ ਸ਼ਬਦ ਵੀ ਕਹੇ। ਕਹਿਣ ਲੱਗੇ, ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਿ ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ, ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਪਈ ਕਦੀ ਵੀ ਗਰੀਬ ਬੰਦੇ ਬਾਹਰੀ ਤੌਰ ਤੇ ਗਰੀਬ ਬੰਦੇ ਵੇਖ ਕੇ ਕਦੀ ਉਹਦਾ ਮਖੌਲ ਨਾ ਉਡਾਓ, ਕਦੀ ਉਹਦੀ ਹਾਸੀ ਨਾ ਉਡਾਓ, ਕਿਉਂਕਿ ਆਪਣੀ ਬੇੜੀ ਅਜੇ ਸਮੁੰਦਰ 'ਚ ਤੁਰੀ ਫਿਰਦੀ, ਪਤਾ ਨਹੀਂ ਕਦੋਂ ਕਿਨਾਰੇ ਲੱਗਣੀ ਕਿ ਨਹੀਂ ਲੱਗਣੀ। ਸਭ ਨੇ ਕਿਹਾ, ਹੋਰ ਵੀ ਸ਼ਬਦ ਕਹੇ ਕਿ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ। ਤੁਸੀਂ ਆਪਣੀਆਂ ਮਹਿਲ ਅਟਾਰੀਆਂ ਦੇਖ ਕੇ ਤੇ ਇਸ ਪੱਲੇ ਦੀ ਝੌਂਪੜੀ ਵੇਖ ਕੇ ਹੰਕਾਰ ਨਾ ਕਰੋ, ਕਿਉਂਕਿ ਆਜ ਕਾਲ ਕੋਈ ਲੇਟਣਾ ਉੱਪਰ ਜਾਮੈ ਘਾਸ। ਗੁਰੂ ਸਾਹਿਬ ਜੀ ਕਹਿੰਦੇ ਨੇ ਭਈ ਇਹ ਸਾਰਾ ਕੁਝ ਬਿਨਸ ਜਾਣ ਵਾਲਾ ਹੈ। ਉੱਥੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਨਗਰ ਦਾ ਭਲਾ ਕੀਤਾ, ਪੱਲੇ ਨੂੰ ਭਾਗ ਲਾਏ।
ਕੀ ਉਸ ਪੱਲੇ ਦਾ ਰਹਿੰਦੀ ਦੁਨੀਆ ਤੱਕ ਨਾਂ ਨਹੀਂ ਰਹੇਗਾ। ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਜਦੋਂ ਸਾਖੀ ਕੋਈ ਸੁਣਾਵੇਗਾ ਵਿਦਵਾਨ ਜਾਂ ਜੀਵਨ ਸੁਣਾਏਗਾ ਤੇ ਕੀ ਪੱਲੇ ਦਾ ਵੀ ਤਾਂ ਨਾਲ ਹੀ ਜ਼ਿਕਰ ਆਏਗਾ। ਤੇ ਫਿਰ ਕਿਹਦਾ ਜ਼ਿਕਰ ਆਇਆ ਇੱਥੇ, ਜਿਹਦੇ ਕੋਲੇ ਕਿਹੜਾ ਧਨ ਸੀ, ਜਿਹੜਾ ਅੱਜ ਵਾਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਾਮ ਰੂਪੀ ਧਨ। ਇਹ ਸੀ ਅੱਜ ਦੇ ਸ਼ਬਦ ਦੀ ਵਿਆਖਿਆ। ਆਓ ਇੱਕ ਇੱਕ ਪੰਕਤੀ ਨੂੰ ਵਿਚਾਰ ਕੇ ਦਾਸ ਸਮਾਪਤੀ ਕਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅੱਜ ਦੇ ਸ਼ਬਦ ਵਿੱਚ ਸ਼ਲੋਕ ਮਹੱਲਾ ਪਹਿਲਾ, ਸਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਹੋਏ। ਇਥੇ ਸਰਮ ਧਰਮ ਦਾ ਅਰਥ ਹੈ, ਸਾਹਿਬ ਜੀ ਕਹਿੰਦੇ ਜਿਸ ਬੰਦੇ ਦੇ ਕੋਲੇ ਦੁਨਿਆਵੀ ਬਿਰਤੀ ਇਹ ਕਹਿੰਦੀ ਹੈ ਕਿ ਜਿਸ ਬੰਦੇ ਦੇ ਕੋਲੇ ਧਨ ਹੋਵੇ, ਜਿਹਦੇ ਪੱਲੇ ਵਿੱਚ ਦੁਨਿਆਵੀ ਧਨ ਹੋਵੇ, ਉਹ ਬੰਦੇ ਨੂੰ ਇੱਜ਼ਤ ਮਿਲਦੀ ਹੈ, ਉਸ ਬੰਦੇ ਨੂੰ ਮਾਣ ਮਿਲਦਾ ਹੈ। ਪਰ ਸਾਹਿਬ ਕਹਿੰਦੇ ਸੋ ਧਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾਂ ਖਾਏ। ਇਹ ਧਨ, ਇਹ ਪਦਾਰਥ ਜਿਨ੍ਹਾਂ ਦੇ ਕਾਰਨ ਕਰਕੇ ਬੰਦਾ ਵਿਕਾਰਾਂ ਦੀਆਂ ਦਿਨ ਰਾਤ ਚੋਟਾਂ ਖਾਂਦਾ ਹੈ, ਸਾਹਿਬ ਜੀ ਕਹਿੰਦੇ ਇਹ ਧਨ ਕੋਲ ਬੰਦੇ ਦੇ ਹੋਵੇ ਤੇ ਜੇ ਨਾਮ ਨਾ ਹੋਵੇ ਵਿਕਾਰਾਂ ਦੀਆਂ ਦਿਨ ਰਾਤ ਬੰਦੇ ਨੂੰ ਚੋਟਾਂ ਪੈਂਦੀਆਂ ਨੇ। ਸਾਹਿਬ ਕਹਿੰਦੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਇੱਥੇ ਫਕੀਰ ਦਾ ਅਰਥ ਹੈ ਕੰਗਾਲ। ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਪੱਲੇ ਦੁਨਿਆਵੀ ਧਨ ਹੈ ਤੇ ਨਾਮ ਨਹੀਂ, ਉਹ ਦੁਨੀਆ ਦੀਆਂ ਉਹ ਰੱਬ ਦੀ ਨਿਗਾਹ ਵਿੱਚ ਕੰਗਾਲ ਨੇ। ਤੇ ਅਖੀਰ ਵਿੱਚ ਕਹਿ ਦਿੱਤਾ ਮੇਰੇ ਸਾਹਿਬ ਜੀ ਕਹਿੰਦੇ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹਦੀ ਅਵਸਥਾ ਨੂੰ ਬਿਆਨ ਕਰਨਾ ਜ਼ੁਬਾਨ ਨਹੀਂ ਕਰ ਸਕਦੀ, ਕਿਉਂਕਿ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ। ਉਹਨਾਂ ਦੀ ਅਵਸਥਾ ਨੂੰ ਬਿਆਨ ਕਰਨਾ ਕਠਿਨ ਹੈ, ਔਖਾ ਹੈ। ਅੱਜ ਦਾ ਸ਼ਬਦ ਸੀ ਸਾਹਿਬ ਜੀ ਕਹਿੰਦੇ ਨੇ ਇੱਕ ਹੈ ਦੁਨਿਆਵੀ ਧਨ ਦੌਲਤ ਪਦਾਰਥ। ਇਹ ਬੰਦਾ ਸਮਝਦਾ ਹੈ ਕਿ ਸ਼ਾਇਦ ਇਹਦੇ ਨਾਲ ਇੱਜ਼ਤ ਮਾਨ ਸਨਮਾਨ ਵਡਿਆਈ, ਸਾਹਿਬ ਜੀ ਕਹਿੰਦੇ ਨਹੀਂ, ਦੁਨੀਆ ਦੀਆਂ ਨਿਗਾਹ ਵਿੱਚ ਤਾਂ ਹੋ ਸਕਦੀ, ਪਰ ਪ੍ਰਭੂ ਦੀ ਨਿਗਾਹ ਵਿੱਚ, ਪਰਮੇਸ਼ਰ ਦੀਆਂ ਨਿਗਾਹ ਵਿੱਚ ਉਸੇ ਨੂੰ ਹੀ ਇੱਜ਼ਤ ਮਾਨ ਵਡਿਆਈ ਮਿਲਦੀ ਹੈ ਜਿਹਦੇ ਕੋਲੇ ਪਰਮਾਤਮਾ ਦਾ ਨਾਮ ਰੂਪੀ ਧਨ ਹੈ। ਉਹਨੂੰ ਸਾਹਿਬ ਨੇ ਪਾਤਸ਼ਾਹਾਂ ਦਾ ਪਾਤਸ਼ਾਹ ਕਹਿ ਦਿੱਤਾ। ਸੋ ਅੱਜ ਦਾ ਸ਼ਬਦ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਅਸੀਂ ਆਪਣੀ ਦੁਨਿਆਵੀ ਕਿਰਤਕਾਰ ਵਿਹਾਰ ਕੰਮ ਧੰਦੇ ਸਾਰਾ ਕੁਝ ਕਰਦੇ ਹਾਂ, ਗ੍ਰਸਤ 'ਚ ਰਹਿੰਦਿਆਂ ਹੋਇਆਂ, ਆਪਣੀ ਦਸਾਂ ਨੌਵਾਂ ਦੀ ਕਿਰਤ ਕਰਦਿਆਂ ਹੋਇਆਂ, ਆਪਣੇ ਘਰ ਵਿੱਚ ਪਦਾਰਥਾਂ ਨੂੰ ਮਾਣਦਿਆਂ ਹੋਇਆਂ, ਸੁੰਦਰ ਵਸਤਰ ਪਹਿਨਦਿਆਂ ਹੋਇਆਂ, ਸੁੰਦਰ ਘਰ ਕੋਲ ਨੇ, ਸਾਰਾ ਕੁਝ ਹੈ। ਪਰ ਸਾਹਿਬ ਜੀ ਕਹਿੰਦੇ ਜੇ ਨਾਮ ਨਹੀਂ ਹੈ ਤੇ ਫਿਰ ਇਹ ਸਾਰਾ ਕੁਝ ਵਿਅਰਥ ਹੈ, ਜੇ ਨਾਮ ਹੈ ਤੇ ਫਿਰ ਸਾਰਾ ਕੁਝ ਹੀ ਪਵਿੱਤਰ ਹੈ। ਸਾਹਿਬ ਜੀ ਨੇ ਸਾਨੂੰ ਅੱਜ ਦੇ ਸ਼ਬਦ ਵਿੱਚ ਇਹੀ ਕਿਹਾ ਕਿ ਪਰਮਾਤਮਾ ਦਾ ਨਾਮ ਉਹ ਪੱਲੇ ਹੋਵੇ। ਤੇ ਫਿਰ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਨਾਮ ਰੂਪੀ ਧਨ ਗੁਰੂ ਕੋਲੋਂ ਅਰਦਾਸ ਕਰਕੇ ਮੰਗੀਏ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਸ਼ਬਦ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।